परम सन्मानयोग दसां ही पातशाहियां दे आत्मक स्वरूप चवर छतर तख्त दे मालिक गुरता गद्दी ते विराजमान शब्द गुरु जुगो जुग अटल हाजरा हजूर जहरा जहूर सर्ब कलां भरपूर धन 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 सतगुरु श्री गुरु ग्रंथ साहिब जी महाराज सच्चे पातशाह गुरु पिता जी की मेहरामत का सदका रात्रि का समा भाने च बतीत होया। सतगुरां ने अमृत वेला बख्शिश कीता। अमृत वेले महापुरुषां दे पवित्र पावन अस्थान श्री अंगीठा साहिब विखे सतगुरां दे पवित्र पावन सरूप तख्तां ते सुभाईमान होए। मुख वाग दी बख्शिश नितनेम दीआं बाणियां दे जाप होए। हुण समा होया है कथा विचार दा। सतगुरु जी दया करन मेहरामत करन। आप ही विच वर्त करके प्रेम शरदा भावना दे सहत हो करके विचार कहन सुनन समझन अते मनन दे बल बख्शिश करन। महापुरुषां दे पवित्र पावन स्थान श्री अंगीठा साहिब विखे निता प्रति सिख कौम दे महान विद्वान तत् बेते ब्रह्म ज्ञानी महापुरुष भाई साहब भाई गुरदास जी की रचना वारां भाई गुरदास जी कियां उस दी पवित्र पावन विचार आपां निता प्रति श्रवण करते हाँ। जिथे सतगुरां दी पवित्र जिथे भाई साहब जी की पवित्र पावन रचना की विचार आपां सरवण करदे उथे नाल ही एक महापुरुषां दे दिशा निर्देश अनुसार जो भी कोई गुरपुरब शहीदी दिन भगत साहबान जी का दिन हुंदा है उस दे संबंध दे विच भी आप संगतां दे नाल विचार सांझ कीती जांदी है। सो इसे ही लड़ी नूं मुख रखदियां होयां भाई गुरदास जी जो बचन करदे कि मैं उन्हां गुरसिखां तो बलिहार कुर्बान वारने जाना ਜਿਹੜੇ प्रेमा भगती विच भिज करके गुरु महाराज जी दे गुरपुरब करते ने। सो अज बहुत ही पवित्र पावन दिहाड़ा है। सिख कौम दे चौथे सतगुरु गुरु नानक साहब जी महाराज सच्चे पातशाह जी की गद्दी दे वारिस धन 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 सतगुरु
ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਮਹਾਰਾਜ ਜੀ ਦਾ ਅੱਜ ਦੇ ਦਿਨ ਅਵਤਾਰ ਹੋਇਆ। ਸੋ ਸਾਰੀਆਂ ਹੀ ਸੰਗਤਾਂ ਨੂੰ, ਨਗਰ ਦੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਅਸਥਾਨ ਦੇ ਮੁੱਖ ਪ੍ਰਬੰਧਕ ਅਤੇ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਮਿਹਰ ਕਰਨ, ਦਇਆ ਕਰਨ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਸੋ ਅੱਜ ਸਤਿਗੁਰਾਂ ਦਾ ਪਾਵਨ ਪੁਰਬ ਹੈ। ਸੋ ਇਸ ਕਰਕੇ ਅੱਜ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਆਪਾਂ ਕੁਝ ਅੰਸ਼ ਜੋ ਸਰਵਣ ਕਰਨੇ ਹਨ, ਦਾਸ ਸਰਵਣ ਕਰਵਾਵੇਗਾ ਗੁਰੂ ਦੀ ਕਿਰਪਾ ਦੇ ਨਾਲ। ਮਹਾਰਾਜ ਜੀ ਦਇਆ ਕਰਨ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਅੰਮ੍ਰਿਤਮਈ ਜੋ ਫਤਿਹ ਸਾਨੂੰ ਬਖਸ਼ੀ, ਪ੍ਰੇਮ ਸਤਿਕਾਰ ਦੇ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦੇ ਅੰਦਰ ਮਹਾਰਾਜ ਜੀ ਨੇ ਫਰਮਾਨ ਕੀਤਾ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਕਿ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਸ ਪਰਮਾਤਮਾ ਨੇ ਉਹਨਾਂ ਨੂੰ ਸਵਾਰਨਾ ਕੀਤਾ, ਜਿਹਨੇ ਉਹਨਾਂ ਨੂੰ ਪੈਦਾ ਕੀਤਾ, ਸਾਜਿਆ, ਉਹਨੇ ਹੀ ਸਵਾਰ ਕਰਕੇ ਜੀਵਨ ਦੇ ਵਿੱਚ ਰੱਖਿਆ। ਤੇ ਉਸ ਵਾਹਿਗੁਰੂ ਦੀਆਂ ਦੇਖੋ ਕਰਾਮਾਤਾਂ ਵਰਤੀਆਂ, ਕਿਉਂਕਿ ਆਪ ਉਸ ਵਾਹਿਗੁਰੂ ਸਿਰਜਣਹਾਰੇ ਨੇ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਤੇ ਉਸ ਸਿਰਜਣਹਾਰ ਦੇ ਆਸਰੇ ਹੀ ਰਹੇ। ਐਸੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦਾ ਅਵਤਾਰ ਮਾਤਾ ਦਇਆ ਕੌਰ ਜੀ, ਪਿਤਾ ਬਾਬਾ ਹਰਬੰਸ ਜੀ। ਵਾਹਿਗੁਰੂ ਪਿਤਾ ਹਰਦਾਸ ਜੀ, ਉਹਨਾਂ ਦੇ ਗ੍ਰਹਿ ਵਿਖੇ ਚੂਨਾ ਮੰਡੀ ਲਾਹੌਰ ਦੇ ਵਿੱਚ 1591 ਬਿਕਰਮੀ ਸੰਮਤ ਕੱਤਕ ਵਦੀ ਦੂਜ, ਭਾਵ ਅੱਜ ਦਾ ਦਿਨ, ਅੱਜ ਦੇ ਦਿਨ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਸਮੇਂ ਮਹਾਰਾਜ ਜੀ ਦਾ ਅਵਤਾਰ ਹੋਇਆ। ਬੜੀ ਤਪੱਸਿਆ ਕੀਤੀ ਗੁਰੂ ਮਹਾਰਾਜ ਜੀ ਦੇ ਪਿਤਾ ਜੀ ਨੇ। ਮਾਤਾ ਜੀ ਨੇ ਅਰਦਾਸਾਂ ਬੇਨਤੀਆਂ ਭਗਤੀ ਕੀਤੀ ਕਿ ਸਾਡੇ ਘਰ ਦੇ ਵਿੱਚ ਕੋਈ ਭਗਤੀ ਭਾਵਨਾ ਵਾਲਾ ਬਾਲਕ ਆਵੇ। ਤੇ ਦੇਖਿਓ, ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ ਨਾ, ਮਹਾਰਾਜ ਬਾਣੀ ਅੰਦਰ ਕਹਿੰਦੇ ਕਿ ਜਿਹੋ ਜੀ ਭਾਵਨਾ ਉਹੋ ਜੀ ਭਾਵਨਾ ਦਾ ਪੂਰਕ ਹੈ ਵਾਹਿਗੁਰੂ। ਵੀ ਜਿਹੋ ਜੀ ਭਾਵਨਾ ਲੈ ਕੇ ਅਸੀਂ ਅਰਦਾਸ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਾਂਗੇ ਨਾ, ਉਹੋ ਜੀ ਭਾਵਨਾ ਨੂੰ ਫਲ ਲਾ ਦਿੰਦੇ ਆ ਮਹਾਰਾਜ। ਸੋ ਇਸ ਕਰਕੇ ਭਾਵਨਾ ਪੂਰੀ ਕੀਤੀ
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਜਦੋਂ ਮਹਾਰਾਜ ਜੀ ਦਾ ਅਵਤਾਰ ਹੋਇਆ ਨਾ, ਉਸ ਸਮੇਂ ਜਿੰਨੀਆਂ ਵੀ ਨਦੀਆਂ ਸੀ, ਉਹਨਾਂ ਨਦੀਆਂ ਦੇ ਵਿੱਚ ਪਾਣੀ ਦੀ ਥਾਂ ਦੁੱਧ ਵਗਿਆ। ਧਰਤੀ ਵਿੱਚੋਂ, ਬਨਸਪਤੀ ਵਿੱਚੋਂ ਸੁਗੰਧੀ ਆਉਣੀ ਸ਼ੁਰੂ ਹੋ ਗਈ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਾਧੂ ਮਹਾਤਮਾ ਭਗਤ ਜਨ, ਉਹਨਾਂ ਨੇ ਇਹ ਕੌਤਕ ਆਪਣੇ ਅੱਖੀ ਵੇਖਿਆ ਕਿ ਜਦੋਂ ਉਹਨਾਂ ਨੇ ਇਸ਼ਨਾਨ ਕੀਤਾ, ਉਹ ਦਰਿਆਵਾਂ ਤੋਂ, ਨਦੀਆਂ ਤੋਂ ਜਲ ਭਰ ਕੇ ਲੈ ਕੇ ਆਏ। ਉਹ ਜਲ ਨਹੀਂ ਸੀ, ਉਹ ਦੁੱਧ ਸੀ। ਵੀ ਇੰਨੀ ਖੁਸ਼ੀ ਮਨਾਈ ਕੁਦਰਤ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਹੋਇਆ। ਮਾਤਾ ਪਿਤਾ ਵੱਲੋਂ ਨਾਮ ਰੱਖਿਆ ਗਿਆ ਰਾਮਦਾਸ। ਇਤਿਹਾਸਕਾਰਾਂ ਦੀਆਂ ਵੱਖ-ਵੱਖ ਰਾਇਆਂ ਨੇ। ਇੱਕ ਇਤਿਹਾਸਕਾਰ ਇਹ ਲਿਖਦੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਦੇ ਵਿੱਚ ਹੀ ਸਨ ਜਦੋਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ। ਫਿਰ ਉਸ ਤੋਂ ਬਾਅਦ ਪਿਤਾ ਜੀ ਚੜ੍ਹਾਈ ਕਰ ਗਏ। ਤੇ ਕਈ ਇਤਿਹਾਸਕਾਰ ਇਹ ਲਿਖਦੇ ਆ ਕਿ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ, ਮਾਤਾ ਜੀ ਹਜੇ ਸੰਸਾਰ ਦੇ ਵਿੱਚ ਸਨ। ਛੋਟੀ ਉਮਰ ਦੇ ਵਿੱਚ ਹੀ ਦੇਖੋ ਸਿਰ ਦੇ ਉੱਤੇ ਜ਼ਿੰਮੇਵਾਰੀ ਪਈ। ਇਹ ਵੀ ਇੱਕ ਕਰਾਮਾਤ ਹੀ ਵਰਤੀ ਨਾ, ਕਿ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਵਿੱਚ ਸਰਵਣ ਕਰਾਉਂਦੇ ਕਿ ਮਾਤਾ ਨੇ ਕਿਹਾ ਕਿ ਪੁੱਤਰ ਦੇਖ, ਤੇਰੇ ਨਾਲ ਦੇ ਜਿਹੜੇ ਬੱਚੇ ਨੇ, ਤੇਰੇ ਸਾਥੀ ਨੇ, ਉਹ ਕੰਮ ਕਰਦੇ ਨੇ, ਤੂੰ ਵੀ ਕੋਈ ਕੰਮ ਕਰਿਆ ਕਰ। ਕਹਿਣ ਲੱਗਾ ਮਾਂ ਕੀ ਕੰਮ ਕਰਾਂ? ਕਹਿਣ ਲੱਗੇ ਤੈਨੂੰ ਮੈਂ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ, ਤੂੰ ਵੇਚ ਕੇ ਆਇਆ ਕਰ। ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰ ਤੋਂ ਅੱਜ ਅਨੇਕਾਂ ਹੀ ਸੰਗਤਾਂ ਦੀਆਂ ਝੋਲੀਆਂ ਭਰਦੀਆਂ, ਉਹ ਸਤਿਗੁਰੂ ਜੀ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੇਚਣ ਵਾਸਤੇ ਜਾਂਦੇ ਆ। ਤੇ ਦੇਖਿਓ ਸੁਭਾਅ ਇੰਨਾ ਦਇਆ ਵਾਲਾ। ਸਾਡੇ ਵਿਦਵਾਨ ਇਹ ਗੱਲ ਕਹਿੰਦੇ ਕਿ ਛੋਟੀ ਉਮਰ ਦੇ ਵਿੱਚ ਹੀ ਨਾ ਕੋਈ ਸਾਧੂ ਮਹਾਤਮਾ ਮਿਲ ਜਾਣਾ ਇਹਨਾਂ ਨੂੰ, ਤੇ ਇਹਨਾਂ ਨੇ ਆਪਣੇ ਘਰ ਲੈ ਆਉਣਾ। ਉਹਨੂੰ ਘਰ ਲਿਆ ਕੇ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਨੀ, ਤੇ ਪਿਤਾ ਜੀ ਨੂੰ ਕਹਿਣਾ ਕਿ ਪਿਤਾ ਜੀ ਇਹਨਾਂ ਨੂੰ ਜੇ ਮਾਇਆ ਦੀ ਲੋੜ ਆ ਮਾਇਆ ਦਿਓ, ਜੇ ਵਸਤਰਾਂ ਦੀ ਲੋੜ ਆ ਤੇ ਵਸਤਰ ਦਿਓ। ਆਪਣੇ ਪਿਤਾ ਕੋਲੋਂ ਵੀ ਸੇਵਾ ਕਰਵਾਉਣੀ ਸਾਧੂ ਮਹਾਤਮਾ ਦੀ। ਤੇ ਜੇ ਬੱਚਿਆਂ ਦੇ ਨਾਲ ਖੇਡਦੇ ਆ, ਕਿਤੇ ਸਮਾਂ ਮਿਲਦਾ ਬੱਚਿਆਂ ਨਾਲ ਖੇਡਣ ਦਾ ਨਾ, ਭਾਵੇਂ ਖੇਡਾਂ ਬੱਚਿਆਂ ਨਾਲ ਖੇਡਦੇ, ਪਰ ਉਹਨਾਂ ਨੂੰ ਵੀ ਉੱਥੇ ਭਗਤੀ ਦ੍ਰਿੜ ਕਰਾਉਂਦੇ, ਪਰਮੇਸ਼ਰ ਦਾ ਨਾਮ ਜਪਾਉਂਦੇ ਕਿ ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ, ਵਾਹਿਗੁਰੂ ਦੇ ਨਾਮ ਦੀ ਬੰਦਗੀ ਕਰੋ, ਸਿਮਰਨ ਕਰੋ ਤੁਸੀਂ। ਤਾਂ ਉਸ ਸਮੇਂ ਦੇਖੋ ਜਦੋਂ ਘੁੰਗਣੀਆਂ ਵੇਚਣ ਜਾਂਦੇ ਤੇ ਉਦੋਂ ਵੀ ਅੰਦਰ ਦਇਆ, ਨਿਮਰਤਾ, ਸਹਿਨਸ਼ੀਲਤਾ। ਜੇ ਤਾਂ ਕੋਈ ਪੈਸੇ ਦੇ ਕੇ ਖਰੀਦਦਾ ਠੀਕ ਹੈ, ਜੇ ਕੋਈ ਗਰੀਬ ਗੁਰਬਾ ਕੋਈ ਸਾਧੂ ਮਹਾਤਮਾ ਆ ਜਾਂਦਾ ਨਾ, ਉਹ ਕਹਿ ਦਿੰਦਾ ਕਿ ਮੇਰੇ ਕੋਲੇ ਮਾਇਆ ਨਹੀਂ, ਤਾਂ ਉਹਨੂੰ ਵੀ ਘੁੰਗਣੀਆਂ ਦੇ ਦਿੰਦੇ। ਜੇ ਕੋਈ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਨਾ, ਤੇ ਉਹਨੂੰ ਵੀ ਘੁੰਗਣੀਆਂ ਦੇ ਦਿੰਦੇ ਵੀ ਭਾਈ ਕੋਈ ਗੱਲ ਨਹੀਂ, ਜੇ ਤੇਰੇ ਕੋਲੇ ਮਾਇਆ ਨਹੀਂ ਹੈਗੀ ਤੂੰ ਆਪਣੀ ਭੁੱਖ ਮੇਟ ਲੈ। ਤੇ ਦੇਖੋ ਅੰਦਰ ਇੰਨੀ ਸਹਿਨਸ਼ੀਲਤਾ, ਧੀਰਜ, ਸਹਿਜ। ਕਹਿੰਦੇ ਇੱਕ ਦਿਨ ਇੱਕ ਸਾਧੂ ਮਹਾਤਮਾ ਜੋ ਰੋਜ਼ ਵੇਖਦੇ, ਇਹਨਾਂ ਨੂੰ ਘੁੰਗਣੀਆਂ ਵੇਚਦੇ,
ਉਹ ਆਏ, ਉਹਨਾਂ ਨੇ ਆ ਕੇ ਇਹਨਾਂ ਕੋਲੋਂ ਘੁੰਗਣੀਆਂ ਮੰਗੀਆਂ ਵੀ ਮੈਨੂੰ ਭੁੱਖ ਲੱਗੀ ਆ। ਇਹਨਾਂ ਨੇ ਸਾਧੂ ਮਹਾਤਮਾ ਜਾਣ ਕੇ ਇੱਕ ਬੁੱਕ ਦਿੱਤੀ, ਉਹਨਾਂ ਨੇ ਛਕ ਲਈ। ਇੱਕ ਬੁੱਕ ਹੋਰ ਮੰਗੀ, ਕਹਿਣ ਲੱਗੇ ਹੋਰ ਚਾਹੀਦੀਆਂ ਮੈਨੂੰ, ਇੱਕ ਬੁੱਕ ਹੋਰ ਦੇ ਦਿੱਤੀ। ਜਦੋਂ ਇੱਕ ਬੁੱਕ ਉਹਨਾਂ ਨੇ ਹੋਰ ਲੈ ਲਈ, ਉਹ ਵੀ ਛਕ ਲਈ, ਫਿਰ ਮੰਗੀ ਇੱਕ ਬੁੱਕ ਵੀ ਹੋਰ ਚਾਹੀਦੀ ਮੈਨੂੰ, ਉਹ ਵੀ ਦਿੱਤੀ। ਦੂਜੀ ਵਾਰ, ਤੀਜੀ ਵਾਰ ਵੀ ਬੁੱਕ ਦੇ ਦਿੱਤੀ। ਤੀਜੀ ਵਾਰ ਤੋਂ ਬਾਅਦ ਜਦੋਂ ਉਹਨਾਂ ਨੇ ਚੌਥੀ ਵਾਰ ਮੰਗੀਆਂ, ਚੌਥੀ ਵਾਰ ਦੇ ਦਿੱਤੀਆਂ। ਤੇ ਜਦੋਂ ਪੰਜਵੀਂ ਵਾਰ ਮੰਗੀਆਂ ਨਾ, ਤੇ ਸਾਡੇ ਇਤਿਹਾਸਕਾਰ ਕਹਿੰਦੇ ਆ ਮਹਾਰਾਜ ਜੀ ਨੇ ਆਪਣਾ ਜਿਹੜਾ ਘੁੰਗਣੀਆਂ ਵਾਲਾ ਛਾਬਾ ਜਿਹਾ ਸੀ ਨਾ, ਉਹ ਸਾਰਾ ਹੀ ਉਹ ਸਾਧੂ ਦੀ ਝੋਲੀ ਵਿੱਚ ਪਾ ਦਿੱਤਾ, ਸਾਰੇ ਉਹਦੀ ਝੋਲੀ ਵਿੱਚ ਪਾ ਦਿੱਤਾ। ਦੇਖੋ ਕਿੰਨੀ ਅੰਦਰ ਦਇਆ ਹੈ ਮਹਾਰਾਜ ਜੀ ਦੇ, ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸਤਿਗੁਰੂ ਜੀ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਕੋਈ ਕਾਰਨ ਬਣਿਆ, ਉਹਨਾਂ ਨੂੰ ਆਪਣਾ ਨਗਰ ਛੱਡ ਕੇ ਬਾਸਰ ਕੇ ਆਪਣੀ ਨਾਨੀ ਦੇ ਕੋਲ ਰਹਿਣਾ ਪਿਆ। ਉੱਥੇ ਆ ਕੇ ਵੀ ਘੁੰਗਣੀਆਂ ਵੇਚਦੇ ਰਹੇ। ਕਹਿਣ ਤੋਂ ਭਾਵ ਕੀ ਕਿ ਛੋਟੀ ਉਮਰ ਦੇ ਵਿੱਚ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ, ਆਪਣੀ ਕਿਰਤ ਨੂੰ ਪਹਿਲ ਦਿੱਤੀ। ਇਹ ਵੀ ਇੱਕ ਕਰਾਮਾਤ ਸੀ ਵੀ ਛੋਟੀ ਜੀ ਉਮਰ ਦੇ ਵਿੱਚ ਕੰਮ ਕਰਨਾ। ਫਿਰ ਇੱਥੋਂ ਹੀ ਦੇਖੋ ਗੁਰੂ ਘਰ ਦੇ ਨਾਲ ਮਹਾਰਾਜ ਜੀ ਨਾਲ ਪਿਆਰ ਬਣਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ, ਸਾਡੇ ਇਤਿਹਾਸਕਾਰ ਕਹਿੰਦੇ ਨੇ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਤਾਂ ਨਗਰ ਹੀ ਬਾਸਰ ਕੇ ਸੀ, ਉੱਥੋਂ ਦਾ ਜਨਮ ਸੀ ਮਹਾਰਾਜ ਦਾ। ਤੇ ਬਾਸਰ ਕੇ ਮਹਾਰਾਜ ਆਮ ਆਇਆ ਜਾਇਆ ਕਰਦੇ ਸੀ। ਤੇ ਜਦੋਂ ਮਨ ਦੇ ਵਿੱਚ ਵਿਰਾਗ ਪੈਦਾ ਹੋਇਆ, ਇਹ ਘਟਨਾ ਵਾਪਰੀ, ਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਨਾਲ ਪਿਆਰ ਬਣਿਆ। ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਫਿਰ ਇਹ ਪੱਕੇ ਹੀ ਆ ਗਏ ਮਹਾਰਾਜ ਜੀ ਦੇ ਕੋਲ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿ ਤੁਸੀਂ ਹੁਣ ਇੱਥੇ ਖਡੂਰ ਸਾਹਿਬ ਨਹੀਂ ਰਹਿਣਾ। ਗੋਇੰਦਵਾਲ ਸਾਹਿਬ ਨਗਰ ਵਸਾਇਆ ਮਹਾਰਾਜ ਜੀ ਨੇ ਭਾਈ ਗੋਂਦੇ ਦੇ ਕਹਿਣ ਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਕੇ ਭੇਜਿਆ ਕਿ ਨਗਰ ਵਸਾਓ। ਗੋਇੰਦਵਾਲ ਸਾਹਿਬ ਨਗਰ ਵਸਿਆ। ਉਸ ਨਗਰ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਾ ਕੇ ਰਹਿਣ ਲੱਗ ਪਏ। ਉਹ ਗੋਇੰਦਵਾਲ ਸਾਹਿਬ ਜੋ ਸਿੱਖੀ ਦਾ ਧੁਰਾ ਹੈ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਲੱਗੇ। ਬੜੀ ਸੇਵਾ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਨਾ ਇੱਕ ਵਾਰੀ ਕਿਸੇ ਨੇ ਪੁੱਛਿਆ ਗੁਰੂ ਮਹਾਰਾਜ ਜੀ ਦੇ ਬਾਰੇ, ਸਿੱਖੀ ਬਾਰੇ ਪੁੱਛਿਆ ਕਿ ਮਹਾਰਾਜ ਸਿੱਖ ਕਿਹੋ ਜਿਹਾ ਹੋਵੇ, ਟਹਿਲੂਆ ਕਿਹੋ ਜਿਹਾ ਹੋਵੇ, ਰਿਸ਼ਤਾ ਨਾਤਾ ਕਿਹੋ ਜਿਹਾ ਹੋਵੇ, ਪੁੱਤਰ ਕਿਹੋ ਜਿਹਾ ਹੋਵੇ। ਇਹ ਸਵਾਲ ਕੀਤੇ ਮਹਾਰਾਜ ਜੀ ਨੇ, ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਸਿੱਖ ਨਹੀਂ ਕੋਈ ਅੰਗਦ ਜਿਹਾ। ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ ਕੋਈ ਸਿੱਖ ਨਹੀਂ ਹੋ ਸਕਦਾ। ਸਿੱਖ ਹੋਵੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ ਹੋਵੇ, ਪਰ ਦੇਖਿਓ ਉਹਨਾਂ ਵਰਗਾ ਕੋਈ ਸਿੱਖ ਨਹੀਂ ਹੋ ਸਕਦਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰ ਤੇ ਰਹਿ ਕੇ ਸਿੱਖੀ ਕਮਾਈ, ਇੰਨੀ ਸਿੱਖੀ ਕਮਾਈ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਰੁੱਠ ਕੇ ਆਪਣਾ ਹਿਰਦਾ ਬਣਾ ਲਿਆ, ਆਪਣੇ ਅੰਗ ਨਾਲ ਲਾ ਕੇ ਭਾਈ ਲੈਣੇ ਸੇ ਅੰਗਦ ਕਰ ਦਿਆ। ਮਹਾਰਾਜ ਕਹਿਣ ਲੱਗੇ ਗੁਰੂ ਸਿੱਖ ਹੋਵੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ। ਫਿਰ ਕਹਿਣ ਲੱਗੇ ਜੇ ਟਹਿਲੂਆ ਹੋਵੇ, ਸੇਵਕ ਹੋ ਟਹਿਲੂਆ ਹੋਵੇ, ਟਹਿਲ ਸੇਵਾ ਕਰਨ ਵਾਲਾ, ਕਹਿਣ ਲੱਗੇ ਟਹਿਲੂਆ ਨਹੀਂ ਕੋਈ ਗੁਰੂ ਅਮਰਦਾਸ ਜੀ ਵਰਗਾ। ਜੇ ਟਹਿਲੂਆ ਹੋਵੇ ਨਾ, ਸੇਵਾਦਾਰ ਹੋਵੇ,
ਤਾਂ ਗੁਰੂ ਅਮਰਦਾਸ ਜੀ ਮਹਾਰਾਜ ਵਰਗਾ ਹੋਵੇ, ਪਰ ਕਹਿੰਦੇ ਉਹਨਾਂ ਵਰਗਾ ਕੋਈ ਹੋਇਆ ਨਹੀਂ ਅੱਜ ਤੱਕ। ਫਿਰ ਕਹਿਣ ਲੱਗੇ ਰਿਸ਼ਤਾ ਹੋਵੇ, ਨਾਤਾ ਹੋਵੇ, ਤਾਂ ਕਹਿਣ ਲੱਗੇ ਜੇ ਰਿਸ਼ਤਾ ਨਾਤਾ ਹੋਵੇ ਨਾ, ਸਾਕ ਨਹੀਂ ਗੁਰ ਰਾਮਦਾਸ ਜੈਸਾ, ਕਿ ਜਿਹੋ ਜਿਹਾ ਸਾਕ ਰਿਸ਼ਤਾ ਨਾਤਾ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਨਿਭਾਇਆ ਨਾ, ਨਾਤਾ ਹੋਵੇ ਤਾਂ ਇਹੋ ਜਿਹਾ ਹੋਵੇ, ਰਿਸ਼ਤਾ ਹੋਵੇ ਤਾਂ ਇਹੋ ਜਿਹਾ ਹੋਵੇ। ਫਿਰ ਕਿਸੇ ਨੇ ਪੁੱਛਿਆ ਕਿ ਮਹਾਰਾਜ ਪੁੱਤਰ, ਕਹਿਣ ਲੱਗੇ ਪੁੱਤਰ ਨਹੀਂ ਗੁਰੂ ਅਰਜਨ ਜੈਸਾ, ਤੇ ਜੇ ਪੁੱਤਰ ਹੋਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗਾ ਹੋਵੇ, ਪਰ ਉਹਨਾਂ ਵਰਗਾ ਬਣ ਸਕਦਾ ਕੋਈ? ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਜੇ ਪੁੱਤਰ ਹੋਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗਾ, ਕਿ ਆਪਣੇ ਪਿਤਾ ਦੀ ਆਗਿਆ ਨੂੰ ਸੱਤ ਕਰਕੇ ਮੰਨਿਆ, 1 ਇੰਚ ਵੀ ਭੋਰਾ ਜਿੰਨਾ ਵੀ ਕਹਿ ਲਈਏ ਬਾਹਰ ਨਹੀਂ ਗਏ ਗੁਰੂ ਦੀ ਆਗਿਆ ਤੋਂ। ਸੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਦਰ ਤੇ ਰਹਿ ਕੇ ਸੇਵਾ ਕਰਨ ਲੱਗੇ। ਅੰਮ੍ਰਿਤ ਵੇਲੇ ਉੱਠਦੇ ਆ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰ, ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਬਿਰਤੀ ਨੂੰ ਜੋੜਿਆ ਕਰ, ਸ਼ਬਦ ਤੇ ਸੁਰਤ ਦਾ ਅਭਿਆਸ ਕਰਿਆ ਕਰ, ਤੇ ਨਾਲ ਸੇਵਾ ਵੀ ਕਰਿਆ ਕਰ। ਹੁਣ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹੋ ਜਿਹਾ ਜੀਵਨ, ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਇਸ਼ਨਾਨ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਜੁੜਦੇ ਆ, ਸੁਰਤ ਤੇ ਸ਼ਬਦ ਦਾ ਅਭਿਆਸ ਕਰਦੇ ਆ। ਫਿਰ ਸਾਰਾ ਦਿਨ ਸੇਵਾ ਕਰਦੇ, ਸਾਰਾ ਦਿਨ ਸੇਵਾ ਕਰਦੇ। ਹੁਣ ਗੁਰੂ ਘਰ ਦੇ ਵਿੱਚ ਬੜੀਆਂ ਸੇਵਾਵਾਂ ਹੁੰਦੀਆਂ, ਕਿਉਂਕਿ ਸਾਧ ਸੰਗਤ ਜੀ ਦੇਖੋ, ਅੱਜ ਤੋਂ ਤਕਰੀਬਨ 400, 450, 500 ਸਾਲ ਪਹਿਲਾਂ ਦੀ ਗੱਲ ਹੀ ਹੈ। ਅੱਜ ਤੱਕ ਬੜੀਆਂ ਸਹੂਲਤਾਂ ਨੇ ਸਾਡੇ ਕੋਲੇ, ਪਰ ਸਾਡੇ ਕੋਲੋਂ ਸੇਵਾ ਫਿਰ ਵੀ ਨਹੀਂ ਹੁੰਦੀ। ਬੜੀਆਂ ਸਹੂਲਤਾਂ ਨੇ ਮਹਾਰਾਜ ਨੇ ਸਾਨੂੰ ਦਿੱਤੀਆਂ। ਕਿੱਥੇ ਉਹ ਸਮਾਂ ਸੀ ਜੰਗਲਾਂ ਦੇ ਵਿੱਚੋਂ ਹੱਥਾਂ ਦੇ ਨਾਲ ਹੀ ਲੱਕੜਾਂ ਆਦਿਕ ਕੱਟ ਕੇ ਲਿਆਉਣੀਆਂ, ਫਿਰ ਸਿਰ ਤੇ ਚੱਕ ਕੇ ਲਿਆਉਣੀਆਂ, ਤੁਰ ਕੇ ਆਉਣਾ, ਫਿਰ ਦਰਿਆਵਾਂ ਤੋਂ, ਖੂਹਾਂ ਤੋਂ, ਨਦੀਆਂ ਤੋਂ ਜਲ ਦੀਆਂ ਗਾਗਰਾਂ ਭਰ ਭਰ ਕੇ ਲਿਆਉਣੀਆਂ, ਫਿਰ ਸੰਗਤਾਂ ਦਾ ਇਸ਼ਨਾਨ ਕਰਾਉਣਾ, ਉਹਨਾਂ ਨੂੰ ਪਾਣੀ ਗਰਮ ਕਰਕੇ ਦੇਣਾ ਜੇ ਕਿਸੇ ਨੂੰ ਗਰਮ ਪਾਣੀ ਦੀ ਲੋੜ ਹੈ, ਫਿਰ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਫਿਰ ਸੰਗਤਾਂ ਨੂੰ ਪੱਖਾ ਝੱਲਣਾ, ਫਿਰ ਆਪਣੇ ਹੱਥਾਂ ਦੇ ਨਾਲ ਆਟਾ ਕਣਕ ਆਦਿਕ ਕਹਿ ਲਈਏ ਪੀਸ ਕਰਕੇ ਉਹਦਾ ਆਟਾ ਬਣਾਉਣਾ, ਫਿਰ ਜਿਹੜੀਆਂ ਸੰਗਤਾਂ ਦੂਰੋਂ ਆਉਂਦੀਆਂ, ਕਿਉਂਕਿ ਇੰਨੇ ਅੱਜ ਵਾਂਗੂ ਸਾਧਨ ਨਹੀਂ ਸੀ, ਹੁਣ ਤਾਂ ਸਾਧਨ ਬਹੁਤ ਆ ਆਪਣੇ ਕੋਲ। ਜੇ ਆਪਾਂ ਕਿਤੇ ਦਰਸ਼ਨ ਕਰਨ ਜਾਣਾ ਤੇ ਜਿਹੜਾ ਸਫ਼ਰ ਬਹੁਤ ਲੰਮਾ ਸਮਾਂ ਸਾਨੂੰ ਲੱਗਦਾ ਸੀ ਤੁਰ ਕੇ ਜਾਣ ਵਾਸਤੇ, ਉਹ ਅਸੀਂ ਘੰਟਿਆਂ ਵਿੱਚ ਹੀ ਤੈਅ ਕਰ ਲੈਂਦੇ ਹਾਂ। ਸਤਿਗੁਰਾਂ ਦੇ ਸਮੇਂ ਦੇਖੋ, ਫਿਰ ਜਿਹੜੀਆਂ ਸੰਗਤਾਂ ਤੁਰ ਕੇ ਆਉਂਦੀਆਂ, ਉਹਨਾਂ ਦੀ ਮੁੱਠੀ ਚਾਪੀ ਕਰਨੀ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨਾ, ਉਹਨਾਂ ਦੇ ਵਿਛਾਉਣੇ ਦਾ ਪ੍ਰਬੰਧ ਕਰਨਾ, ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ, ਹਰ ਚੀਜ਼ ਦਾ ਖਿਆਲ ਰੱਖਣਾ। ਕਿੰਨੀਆਂ ਮਹਾਨ ਸੇਵਾਵਾਂ ਸੀ ਇਹ ਸਾਰੀਆਂ। ਪਰ ਜੇ ਉਸ ਸਮੇਂ ਤੇ ਅੱਜ ਦੇ ਸਮੇਂ ਨੂੰ ਵੇਖੀਏ ਤੇ ਅੱਜ ਤਾਂ ਬਹੁਤ ਸੌਖਾ ਹੈ ਨਾ ਤਾਂ ਕਿਤੇ ਦਰਿਆ ਨਦੀ ਨਾਲੇ ਤੋਂ ਪਾਣੀ ਭਰ ਕੇ ਲਿਆਉਣਾ, ਨਾ ਹੀ ਪੱਖਾ ਝੱਲਣ ਦੀ ਲੋੜ ਆ, ਸੰਗਤਾਂ ਨੂੰ ਪੱਖੇ ਲੱਗ ਗਏ, ਏਸੀ ਆ ਗਏ, ਤੇ ਨਾ ਹੀ ਹੁਣ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣ ਦੀ ਲੋੜ ਪੈਂਦੀ ਆ। ਜੇ ਜੋ ਲੋੜ ਹੈ ਮਸ਼ੀਨਾਂ ਆ ਗਈਆਂ, ਕਟਰ ਆ ਗਏ, ਤੇ ਸਾਧਨ ਇਹੋ ਜਿਹੇ ਆ ਗਏ ਵੀ ਆਪਾਂ ਉਹਨਾਂ ਤੇ ਲੱਦ ਕੇ ਵੀ ਲੈ ਆਉਂਦੇ ਆ। ਤੇ ਜਿੱਥੇ ਲੱਕੜ ਬਾਲਣ ਨਹੀਂ ਹੁੰਦਾ, ਉੱਥੇ ਲੰਗਰਾਂ ਦੇ ਵਿੱਚ ਗੈਸ ਆ ਗਏ, ਚੁੱਲ੍ਹੇ ਆ ਗਏ,
ਭਾਫ ਵਾਲੀਆਂ ਭੱਠੀਆਂ ਆ ਗਈਆਂ। ਫਿਰ ਪਾਣੀ ਦਾ ਪ੍ਰਬੰਧ ਵੀ ਗੁਰੂ ਘਰਾਂ ਦੇ ਵਿੱਚ ਹੋ ਗਿਆ, ਪੱਖਾ ਝੱਲਣ ਦੀ ਵੀ ਕੋਈ ਲੋੜ ਨਹੀਂ, ਪਰ ਸਾਡੇ ਕੋਲੋਂ ਸੇਵਾ ਫਿਰ ਵੀ ਨਹੀਂ ਹੁੰਦੀ। ਕਿਹੜੀ ਸੇਵਾ ਰਹਿ ਗਈ? ਪ੍ਰਸ਼ਾਦਾ ਪਾਣੀ ਪਕਾਉਣ ਦੀ। ਹੁਣ ਜਿੱਥੇ ਜ਼ਿਆਦੀ ਸੰਗਤ ਉੱਥੇ ਮਸ਼ੀਨਾਂ ਲੱਗ ਗਈਆਂ ਪ੍ਰਸ਼ਾਦਾ ਪਕਾਉਣ ਵਾਲੀਆਂ ਵੀ। ਉਹਦਾ ਕਾਰਨ ਵੀ, ਉਹਦੇ 'ਚ ਕਾਰਨ ਵੀ ਕਈ ਲੱਭੇ ਨਾ। ਹੁਣ ਜਿਵੇਂ ਵੱਡੇ ਵੱਡੇ ਅਸਥਾਨ ਹੈ, ਉਹਨਾਂ ਅਸਥਾਨਾਂ 'ਤੇ ਸੰਗਤ ਬਹੁਤ ਜ਼ਿਆਦਾ ਜਾਂਦੀ, ਬਹੁਤ ਜ਼ਿਆਦਾ। ਪਰ ਹੁਣ ਸੇਵਾ ਭਾਵਨਾ ਵਾਲੀ ਸੰਗਤ ਨਹੀਂ ਓਨੀ ਰਹਿ ਗਈ। ਵੀ ਅੱਗੇ ਸੰਗਤ ਜਾਂਦੀ ਸੀ ਸੇਵਾ ਭਾਵਨਾ ਵਾਲੀ, ਵੀ ਹਾਂ ਵੀ ਪ੍ਰਸ਼ਾਦਾ ਵੀ ਪਕਾਵਾਂਗੇ, ਦਾਲ ਸਬਜ਼ੀ ਵੀ ਬਣਾਵਾਂਗੇ, ਸੇਵਾ ਕਰਾਂਗੇ। ਪਰ ਹੁਣ ਤਾਂ ਆਪਾਂ ਦੇਖਦੇ ਹੀ ਹਾਂ, ਆਮ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਝਾਤੀ ਮਾਰੀਏ ਵੀ ਸਹਿਜ ਪਾਠ, ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ ਆਪਾਂ, ਜਾਂ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦਾ ਹੈ, ਤੇ ਸੰਗਤਾਂ ਵਾਸਤੇ ਲੰਗਰ ਤਿਆਰ ਹੁੰਦਾ ਹੈ। ਤੇ ਲੰਗਰ ਵੀ ਹੁਣ ਹਲਵਾਈ ਤਿਆਰ ਕਰਦੇ ਜ਼ਿਆਦਾਤਰ, ਆਪਾਂ ਦੇਖਦੇ ਹਾਂ, ਸੇਵਾਦਾਰ ਨਹੀਂ ਕਰਦੇ। ਫਿਰ ਉਹ ਬਹਿਰੇ ਵੀ ਲਿਆਂਦੇ ਜਾਂਦੇ ਆ, ਬਹਿਰੇ ਵੀ ਆਉਂਦੇ ਆ, ਫਿਰ ਪੰਗਤ ਨਹੀਂ ਲੱਗਦੀ। ਕੋਈ ਵਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਪੰਗਤ ਲਾਉਂਦੇ ਨੇ, ਪੰਗਤ ਨਹੀਂ ਲੱਗਦੀ। ਫਿਰ ਉਹ ਖੜ ਕੇ ਹੀ ਖਵਾਇਆ ਜਾਂਦਾ, ਜਿਵੇਂ ਪਸ਼ੂ ਖੁਰਲੀ ਤੇ ਖੜਾ ਦੇਈਦੇ ਨਾ ਆਪਾਂ, ਉਵੇਂ ਹੀ ਸਾਡੇ ਖੜ ਕੇ ਜੁੱਤੀਆਂ ਪਾਈਆਂ ਹੁੰਦੀਆਂ। ਕੋਈ ਮਰਿਆਦਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਬੰਦਗੀ ਨਹੀਂ। ਬਹੁਤ ਕੁਝ ਅਸੀਂ ਖਤਮ ਕਰ ਦਿੱਤਾ, ਕਿਉਂਕਿ ਅਸੀਂ ਸੇਵਾ ਕਰਨੀ ਨਹੀਂ ਚਾਹੁੰਦੇ। ਜੇ ਅਸੀਂ ਸੇਵਾ ਕਰਨੀ ਚਾਹੁੰਦੇ ਹੁੰਦੇ ਨਾ, ਸਾਡੇ ਮਨ 'ਚ ਭਾਵਨਾ ਹੁੰਦੀ, ਤੇ ਗੁਰੂ ਘਰਾਂ ਦੇ ਵਿੱਚ ਮਸ਼ੀਨਾਂ ਦੀ ਲੋੜ ਨਹੀਂ ਸੀ ਪ੍ਰਸ਼ਾਦੇ ਪਕਾਉਣ ਵਾਸਤੇ। ਵੀ ਸੰਗਤ ਜਿੰਨੀ ਸੰਗਤ ਜਾਂਦੀ ਹੈ, ਜੇ ਉਹ ਸਾਰੀ ਭਾਵਨਾ ਨਾਲ ਸੇਵਾ ਕਰਨ ਲੱਗ ਪਵੇ ਕਿ ਉਹ ਇੰਨਾ ਪ੍ਰਸ਼ਾਦਾ ਲਾ ਨਹੀਂ ਸਕਦੀ ਸਾਰੀ ਸੰਗਤ ਵਾਸਤੇ। ਜਦੋਂ ਇੰਨੇ ਸਾਧਨ ਨਹੀਂ ਸੀ, ਵੀ ਲੱਕੜਾਂ ਦੇ ਸਭ ਕੁਝ ਤਿਆਰ ਹੁੰਦਾ ਸੀ, ਇੰਨੇ ਸਾਧਨ ਨਹੀਂ ਸੀ ਸਾਡੇ ਕੋਲੇ, ਇੰਨੀ ਅਸੀਂ ਤਰੱਕੀ ਨਹੀਂ ਕੀਤੀ ਸੀ, ਤੇ ਉਦੋਂ ਵੀ ਤਾਂ ਪ੍ਰਸ਼ਾਦਾ ਪਾਣੀ ਸੰਗਤਾਂ ਨੂੰ ਪੂਰਾ ਹੁੰਦਾ ਸੀ ਨਾ, ਕਿਉਂਕਿ ਪ੍ਰੇਮ ਨਾਲ, ਭਾਵਨਾ ਨਾਲ ਸੰਗਤਾਂ ਸੇਵਾ ਕਰਦੀਆਂ। ਅੱਜ ਸਾਡੇ ਅੰਦਰੋਂ ਪ੍ਰੇਮ ਭਾਵਨਾ ਜਿਹੜਾ ਨਾ, ਇਹ ਖਤਮ ਹੋ ਗਿਆ। ਦਾਸ ਨੇ ਤਾਂ ਕਈ ਵਾਰ ਦੇਖਿਆ, ਚਲੋ ਗੱਲ ਕਰਨੀ ਪੈ ਜਾਂਦੀ, ਜੋ ਸੱਚ ਉਹ ਤਾਂ ਸੱਚ ਹੈ ਨਾ। ਵੀ ਸਹਿਜ ਪਾਠ ਦੇ ਭੋਗਾਂ ਤੇ ਵੀ ਮੈਂ ਜਾਂਦਾ ਕਥਾ ਕਰਨ, ਉੱਥੇ ਦੇਖੀਦਾ, ਜੇ ਕਿਸੇ ਨੂੰ ਕਹੀਏ ਵੀ ਗੁਰਮੁਖ ਪਿਆਰਿਆ ਤੂੰ ਮਹਾਰਾਜ ਦਾ ਆਸਰਾ ਲਿਆ, ਤੇ ਇਹ ਕੀ ਗੱਲ ਵੀ ਤੂੰ ਟੈਂਟ ਲਾਈ ਬੈਠਾ, ਉਹਦੇ 'ਚ ਕੁਰਸੀਆਂ ਲਾਈਆਂ ਹੋਈਆਂ, ਖੁਰਲੀਆਂ ਤੇ ਪ੍ਰਸ਼ਾਦਾ ਛਕਾਈ ਜਾਂਦੇ। ਕਹਿੰਦੇ ਬਾਬਾ ਜੀ ਕੀ ਕਰੀਏ, ਸੇਵਾਦਾਰ ਹੀ ਨਹੀਂ ਆਉਂਦੇ। ਵੀ ਹੁਣ ਘਰ ਦੇ ਮੈਂਬਰ ਕਿੰਨੇ ਕੁ ਸੀ, ਫਿਰ ਪ੍ਰਸ਼ਾਦਾ ਪਕਾਉਣ ਵਾਸਤੇ ਮਾਈਆਂ ਬੀਬੀਆਂ ਕਿਰਾਏ ਤੇ ਲਿਆਂਦੀਆਂ ਜਾਂਦੀਆਂ। ਹੁਣ ਜਿਹੜੀਆਂ ਮਾਈਆਂ ਬੀਬੀਆਂ ਜਾਂ ਬਹਿਰੇ ਜਾਂ ਹਲਵਾਈ ਆਪਾਂ ਲਿਆਂਦੇ, ਉਹਨਾਂ ਨੇ ਬਾਣੀ ਥੋੜ੍ਹਾ ਪੜ੍ਹਨੀ ਆ, ਉਹਨਾਂ ਨੇ ਤਾਂ ਮਾਇਆ ਨੂੰ ਮੁੱਖ ਰੱਖਣਾ ਨਾ। ਤੇ ਆਮ ਹੀ ਸਾਡੀ ਇੱਕ ਕਹਾਵਤ ਹੈ ਵੀ ਜੈਸਾ ਅੰਨ ਤੈਸਾ ਮਨ, ਵੀ ਜਿਹੋ ਜਿਹਾ ਅਸੀਂ ਅੰਨ ਖਾਵਾਂਗੇ ਨਾ, ਭੋਜਨ ਪਦਾਰਥ ਜਿਹੋ ਜਿਹੇ ਹੱਥਾਂ ਵਿੱਚੋਂ ਆਇਆ ਹੋਵੇਗਾ, ਉਹੋ ਜਿਹਾ ਸਾਡਾ ਮਨ ਬਣਨਾ। ਜੇ ਬਾਣੀ ਪੜ੍ਹ ਕੇ, ਸੇਵਾ ਸਿਮਰਨ ਕਰਕੇ, ਹੁਣ ਦੇਖੋ ਆਪਾਂ ਕਿਸੇ ਗੁਰੂ ਘਰ ਵਿੱਚ ਜਾਈਏ, ਅਸਥਾਨ ਤੇ, ਜਿਹੜਾ ਵੱਡਾ ਅਸਥਾਨ ਹੈ ਕੋਈ, ਸ੍ਰੀ ਦਰਬਾਰ ਸਾਹਿਬ ਹੀ ਚਲੇ ਜਾਈਏ ਆਪਾਂ, ਉੱਥੇ ਲੰਗਰ ਦੇ ਵਿੱਚ ਭਾਵੇਂ ਸਾਦਾ ਪ੍ਰਸ਼ਾਦਾ ਹੋਵੇ, ਦਾਲ ਪ੍ਰਸ਼ਾਦਾ, ਉਹ ਵੀ ਬੜਾ ਸਵਾਦ ਹੁੰਦਾ। ਘਰੇ ਭਾਵੇਂ ਆਪਾਂ 36 ਪ੍ਰਕਾਰ ਦੇ ਭੋਜਨ ਬਣਾ ਕੇ ਖਾਈਏ, 36 ਪ੍ਰਕਾਰ ਦੇ, ਵਧੀਆ ਤੋਂ ਵਧੀਆ ਤੜਕੇ ਲਾ ਕੇ, ਮਸਾਲੇ ਪਾ ਕੇ, ਪਰ ਉਹ ਆਨੰਦ ਲੰਗਰ ਦੇ ਪ੍ਰਸ਼ਾਦੇ ਦਾ ਨਹੀਂ ਆਉਂਦਾ। ਉਹਦਾ ਕਾਰਨ, ਉੱਥੇ 24 ਘੰਟੇ ਬਾਣੀ ਪੜ੍ਹੀ ਜਾਂਦੀ ਹੈ। ਜਿਹੜੇ ਕੋਈ ਸੇਵਾਦਾਰ ਨੇ, ਉਹ ਭਾਵਨਾ ਨਾਲ ਸੇਵਾ ਕਰਦੇ ਆ ਕਿ ਗੁਰੂ ਕੀਆਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਣਾ। ਪਰ ਜੇ ਅਸੀਂ ਹੁਣ ਲਾਈ ਉੱਥੇ ਬਹਿਰੇ ਲਏ, ਹਲਵਾਈ ਲਏ, ਜਿਨ੍ਹਾਂ ਨੂੰ ਨਾ ਗੁਰਮਤਿ ਬਾਰੇ ਕੁਝ ਪਤਾ, ਨਾ ਸਿੱਖੀ ਬਾਰੇ ਕੁਝ ਪਤਾ, ਮਾਈਆਂ ਬੀਬੀਆਂ ਵੀ ਕਿਰਾਏ ਤੇ ਪ੍ਰਸ਼ਾਦੇ ਪਕਾਉਣ ਵਾਸਤੇ ਲੈ ਆਉਂਦੀਆਂ, ਨਿੰਦਿਆ ਚੁਗਲੀ ਕਰੀ ਜਾਂਦੀਆਂ, ਗੱਲਾਂ ਮਾਰੀ ਜਾਂਦੀਆਂ ਉੱਤੇ ਬੈਠੀਆਂ ਲੋਹ ਤੇ ਉਹ ਪ੍ਰਸ਼ਾਦੇ ਪਾਣੀ ਨੇ ਸਾਨੂੰ ਬਾਣੀ ਵਾਲੇ ਪਾਸੇ ਨਹੀਂ ਲਾਉਣਾ। ਅੱਜ ਸਾਡੀ ਹਾਲਤ ਇਹੋ ਜਿਹੀ ਹੋ ਗਈ। ਪਰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਆਪਾਂ ਉਹਨਾਂ ਦੇ ਜੀਵਨ 'ਚੋਂ ਹੀ ਸਿੱਖਣਾ। ਮਹਾਰਾਜ ਕਹਿੰਦੇ ਨਾ, ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ,
ਵੀ ਅਸੀਂ ਆਪਣੇ ਵੱਡਿਆਂ ਤੋਂ ਹੀ ਸਿੱਖਣਾ, ਉਹਨਾਂ ਦਾ ਜੀਵਨ, ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਅੰਸ਼ ਲੈ ਕੇ ਆਪਣੇ ਜੀਵਨ 'ਚ ਕਮਾਉਣੇ। ਕਿਉਂਕਿ ਅਸੀਂ ਸਮਰੱਥ ਨਹੀਂ ਹੈਗੇ ਵੀ ਅਸੀਂ ਮਹਾਰਾਜ ਦੇ ਸਾਰੇ ਗੁਣ ਧਾਰਨ ਕਰ ਸਕੀਏ। ਹਾਂ, ਕੁਝ ਕੁ ਗੁਣ ਜਿੰਨੇ ਕੁ ਸਾਡੇ ਕੋਲੋਂ ਹੋ ਸਕਣ ਅਸੀਂ ਆਪਣੇ ਜੀਵਨ 'ਚ ਧਾਰਨ ਕਰੀਏ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੇਖੋ ਅੰਮ੍ਰਿਤ ਵੇਲੇ ਉੱਠਦੇ ਆ, ਸਾਰੀ ਸੇਵਾ ਕਰਦੇ ਆ, ਉਹ ਫਿਰ ਸੰਗਤਾਂ ਦੇ ਦਾ ਪ੍ਰਬੰਧ ਵੀ ਕਰਦੇ। ਇਤਿਹਾਸ ਵਿੱਚ ਇੱਕ ਕਈ ਵਾਰ ਇਹ ਵੀ ਲਿਖਿਆ ਕਿ ਕੁਝ ਕੁ ਦਿਨ ਨਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨਹੀਂ ਆਏ ਰਾਮਦਾਸ ਜੀ। ਤਾਂ ਪੁੱਛਿਆ ਭਾਈ ਬੱਲੂ ਨੂੰ ਮਹਾਰਾਜ ਜੀ ਨੇ ਕਿ ਭਾਈ ਬੱਲੂ ਰਾਮਦਾਸ ਨਹੀਂ ਆਇਆ। ਭਾਈ ਬੱਲੂ ਅੱਗੋਂ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਕੇ ਭਜਨ ਬੰਦਗੀ ਕਰਦੇ ਆ, ਉਸ ਤੋਂ ਬਾਅਦ ਲੰਗਰ ਵਿੱਚ ਸੇਵਾ ਕਰਦੇ ਆ, ਸੰਗਤਾਂ ਵਾਸਤੇ ਜਲ ਲੈ ਕੇ ਆਉਂਦੇ ਆ, ਪ੍ਰਸ਼ਾਦਾ ਪਾਣੀ ਤਿਆਰ ਕਰਨ ਵਿੱਚ ਸਹਾਇਤਾ ਕਰਾਉਂਦੇ ਆ, ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਆ। ਫਿਰ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਦੂਰੋਂ ਚੱਲ ਕੇ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਉਹਨਾਂ ਦੇ ਪ੍ਰਸ਼ਾਦੇ ਦਾ ਪ੍ਰਬੰਧ, ਉਹਨਾਂ ਦੇ ਵਿਛਾਉਣੇ ਦਾ ਬਿਸਤਰੇ ਦਾ ਪ੍ਰਬੰਧ, ਤੇ ਰਾਤ ਨੂੰ ਕਹਿੰਦੇ ਸਾਰੀ ਰਾਤ ਜਿਹੜੀਆਂ ਸੰਗਤਾਂ ਜਿਵੇਂ ਬਜ਼ੁਰਗ ਨੇ ਜਾਂ ਕੋਈ ਬੱਚੇ ਨੇ ਨਾ ਤੁਰ ਕੇ ਆਉਂਦੇ ਨੇ, ਉਹਨਾਂ ਦੀਆਂ ਲੱਤਾਂ ਘੁੱਟਦੇ ਨੇ, ਮੁੱਠੀ ਚਾਪੀ ਕਰਦੇ ਨੇ। ਫਿਰ ਸਾਰੀ ਰਾਤ ਖੜੇ ਰਹਿੰਦੇ ਉੱਥੇ ਹੀ। ਜੇ ਕੋਈ ਸੰਗਤ ਪਾਣੀ ਮੰਗਦੀ ਹੈ, ਅੱਜ ਤਾਂ ਆਪਾਂ ਦੇਖੋ ਟੂਟੀਆਂ ਦਾ ਪ੍ਰਬੰਧ ਆ, ਉੱਠ ਕੇ ਪੀ ਸਕਦੇ ਹਾਂ, ਪਰ ਉਹ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਰਾਤ ਹੀ ਜਾਗਦੇ ਰਹਿੰਦੇ। ਜੇ ਕੋਈ ਸੰਗਤ ਨੇ ਉੱਠ ਕੇ ਕਿਸੇ ਨੇ ਪਾਣੀ ਮੰਗ ਲਿਆ ਤੇ ਪਾਣੀ ਲਿਆ ਕੇ ਦੇਣਾ ਉਹਨੂੰ। ਕਿੰਨੀ ਸੇਵਾ, ਕਿੰਨੀ ਕਰੜੀ ਘਾਲਣਾ। ਐਵੇਂ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਾਰੇ ਜਦੋਂ ਗੱਲ ਚੱਲੀ ਨਾ ਰਿਸ਼ਤੇ ਦੀ, ਹੁਣ ਬੌਲੀ ਸਾਹਿਬ ਦੀ ਸੇਵਾ ਵੀ ਸ਼ੁਰੂ ਹੋਈ। ਬੌਲੀ ਸਾਹਿਬ ਦੀ ਜਦੋਂ ਸੇਵਾ ਕਰਦੇ ਸੀ ਨਾ ਗੁਰੂ ਰਾਮਦਾਸ ਜੀ ਮਹਾਰਾਜ, ਦੇਖਿਓ ਤੇ ਉਸ ਸਮੇਂ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੱਲੋਂ ਹੀ ਆਪਣੀ ਨਿਗਾਹ ਜ਼ਿਆਦਾ ਰੱਖਦੇ, ਉਹਨਾਂ ਵੱਲ ਟਿਕ ਲਾ ਕੇ ਰੱਖਿਆ ਕਰਦੇ। ਤੇ ਉਦੋਂ ਵੀ ਉਹਨਾਂ ਨੇ ਸੇਵਾ ਕੀਤੀ। ਤੇ ਜਦੋਂ ਉਹਨਾਂ ਦੀ ਸੇਵਾ ਵੇਖ ਕੇ, ਤਾਂ ਜਦੋਂ ਮਾਤਾ ਮਨਸਾ ਦੇਵੀ ਜੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਘਰੋਂ ਸੀ, ਉਹਨਾਂ ਦੇ ਬਾਰੇ ਲਿਖਿਆ ਕਿ ਬੀਬੀ ਭਾਨੀ ਬਾਰੇ ਕਹਿੰਦੇ ਕਿ ਸਵਾਮੀ ਜੀ ਆਪਣੀ ਪੁੱਤਰੀ ਆ ਬੀਬੀ ਭਾਨੀ, ਇਹਦੇ ਵਾਸਤੇ ਕੋਈ ਵਰ ਲੱਭੀਏ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਪੁੱਛਦੇ ਕਿਹੋ ਜਿਹਾ ਵਰ ਹੋਵੇ, ਤੇ ਸਾਹਮਣੇ ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਕਰਦੇ ਪਏ ਸੀ। ਕਹਿਣ ਲੱਗੇ ਉਹ ਜਿਹੜਾ ਸੇਵਾਦਾਰ ਹੈ ਨਾ, ਸੇਵਕ, ਉਹਦੇ ਵਰਗਾ ਹੋਵੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਰਗਾ ਤਾਂ ਇਹੀ ਆ, ਬਸ ਇਹ ਰਾਮਦਾਸ ਹੈ, ਇਹਦੇ ਵਰਗਾ ਤਾਂ ਇਹੀ ਹੈ, ਨਾ ਇਹਦੇ ਵਰਗਾ ਕੋਈ ਹੋਇਆ ਤੇ ਨਾ ਹੀ ਕਦੇ ਕੋਈ ਹੋਵੇਗਾ। ਤੇ ਵਾਕਈ ਗੱਲ ਠੀਕ ਹੈ, ਗੁਰੂ ਰਾਮਦਾਸ ਜੀ ਮਹਾਰਾਜ ਵਰਗਾ ਕੋਈ ਹੋ ਸਕਦਾ? ਕੋਈ ਨਹੀਂ ਹੋ ਸਕਦਾ, ਤੇ ਨਾ ਹੀ ਕਦੇ ਹੋਵੇਗਾ, ਨਾ ਹੀ ਕਦੇ ਹੋਵੇਗਾ। ਬੀਬੀ ਭਾਨੀ ਜੀ ਦਾ ਰਿਸ਼ਤਾ ਹੋਇਆ, ਵਿਆਹ ਹੋਇਆ, ਤੇ ਦੇਖੋ 22 ਸਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਦੁਨੀਆ ਦੇ ਵਿੱਚ ਆਪਾਂ ਦੇਖਦੇ ਆ ਨਾ, ਜੇ ਕਿਸੇ ਲੜਕੀ ਦਾ ਰਿਸ਼ਤਾ ਕਿਸੇ ਲੜਕੇ ਦੇ ਨਾਲ ਹੁੰਦਾ, ਵਿਆਹ ਹੁੰਦਾ, ਤੇ ਲੜਕਾ ਸਾਰੀ ਉਮਰ ਉਸ ਲੜਕੀ ਵਾਲੇ ਘਰ ਨੂੰ ਨੀਵਾਂ ਵਿਖਾਉਂਦਾ ਵੀ ਮੈਂ ਤੁਹਾਡੇ ਘਰ ਦਾ ਜਵਾਈ ਭਾਈ ਹਾਂ। ਤੇ ਜਦੋਂ ਜਾਂਦਾ ਤੇ ਸਾਰਿਆਂ ਨੂੰ ਡਰ ਪਿਆ ਹੁੰਦਾ ਕਿ ਜਵਾਈ ਭਾਈ ਕਿਤੇ ਗੁੱਸੇ ਨਾ ਹੋ ਜਾਵੇ, ਸੇਵਾ ਵਿੱਚ ਕੋਈ ਕਸਰ ਨਾ ਰਹਿ ਜਾਵੇ। ਪਰ ਗੁਰੂ ਰਾਮਦਾਸ ਜੀ ਮਹਾਰਾਜ ਉਸ ਦਰ ਦੇ ਬਣ ਕੇ ਰਹੇ, ਕਦੇ ਵੀ ਆਪਣੇ ਆਪ ਨੂੰ ਜਵਾਈ ਭਾਈ ਨਹੀਂ ਗਿਣਿਆ, ਸੇਵਕ ਜਾਣਿਆ। ਦੁਨਿਆਵੀ ਨਾਤਾ ਪਿੱਛੇ ਛੱਡ ਕੇ ਸੇਵਕੀ ਭਾਵ ਰੱਖਿਆ ਆਪਣੇ ਅੰਦਰ ਕਿ ਮੈਂ ਇਸ ਦਰ ਦਾ ਸੇਵਕ ਹਾਂ, ਬਸ ਸੇਵਕ ਹਾਂ ਇਸ ਦਰ ਦਾ। ਤਾਂ ਕਲਗੀਧਰ ਪਿਤਾ ਜੀ ਨੇ ਬਚਨ ਕੀਤੇ, ਜੇ ਨਾਤਾ ਹੋਵੇ, ਸਾਕ ਹੋਵੇ, ਤਾਂ ਗੁਰੂ ਰਾਮਦਾਸ ਜੀ ਮਹਾਰਾਜ ਵਰਗਾ। 22 ਸਾਲ। ਤੇ ਉਹ ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲਦੀ ਨਾ ਗੋਇੰਦਵਾਲ ਸਾਹਿਬ, ਤਾਂ ਗੁਰੂ ਮਹਾਰਾਜ ਜੀ ਦੇ ਕੋਈ ਸ਼ਰੀਕ ਵਿੱਚੋਂ ਲਾਹੌਰ ਤੋਂ ਆਏ ਕੁਝ ਰਿਸ਼ਤੇਦਾਰ, ਉਹ ਯਾਤਰਾ ਤੇ ਕਿਤੇ ਗਏ ਤੇ ਵਾਪਸ ਆਉਂਦਿਆਂ ਗੋਇੰਦਵਾਲ ਸਾਹਿਬ ਆ ਗਏ। ਕਹਿਣ ਲੱਗੇ ਚਲੋ ਵੀ ਸਾਡਾ ਇੱਥੇ ਸ਼ਰੀਕ ਰਹਿੰਦਾ ਇੱਕ, ਉਹਨੂੰ ਮਿਲ ਚੱਲੀਏ। ਹੁਣ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ, ਬੌਲੀ ਸਾਹਿਬ ਦੇ ਵਿੱਚੋਂ ਕੀ ਕਰਦੇ ਨੇ,
ਮਿੱਟੀ ਦੀ ਟੋਕਰੀ ਭਰ ਕੇ ਲਿਆਉਂਦੇ ਗੁਰੂ ਰਾਮਦਾਸ ਜੀ ਮਹਾਰਾਜ। ਕੱਪੜੇ ਲਿਬੜੇ ਹੋਏ ਨੇ ਮਹਾਰਾਜ ਜੀ ਦੇ ਮਿੱਟੀ ਦੇ ਨਾਲ, ਸਿਰ ਤੇ ਟੋਕਰਾ ਚੱਕਿਆ ਹੋਇਆ, ਤੇ ਉਧਰੋਂ ਸੰਬੰਧੀ ਆ ਗਏ ਮਹਾਰਾਜ ਦੇ। ਜਦੋਂ ਉਹ ਸੰਬੰਧੀ ਆ ਗਏ ਨਾ, ਉਹ ਆ ਕੇ ਕਹਿੰਦੇ ਨੇ ਰਾਮਦਾਸ ਨੂੰ ਕਿ ਰਾਮਦਾਸ ਤੂੰ ਤਾਂ ਸਾਡੀ ਨੱਕ ਵੱਢ ਦਿੱਤੀ, ਸਾਨੂੰ ਤਾਂ ਸੰਸਾਰ ਸਮਾਜ 'ਚ ਜਿਉਣ ਜੋਗੇ ਨਹੀਂ ਛੱਡਿਆ, ਇਦੋਂ ਤਾਂ ਤੂੰ ਸਾਡੀ ਕੁੱਲ ਵਿੱਚ ਪੈਦਾ ਹੀ ਨਾ ਹੁੰਦਾ, ਤੂੰ ਤਾਂ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ, ਵੀ ਤੂੰ ਇਸ ਘਰ ਦਾ ਜਵਾਈ ਭਾਈ ਆ, ਤੈਨੂੰ ਤਾਂ ਇੱਥੇ ਕੁਰਸੀ ਢਾਹ ਕੇ ਬੈਠਣਾ ਚਾਹੀਦਾ, ਇਹਨਾਂ ਕੋਲ ਸੇਵਾ ਕਰਵਾਉਣੀ ਚਾਹੀਦੀ ਆਪਣੀ, ਤੇ ਤੂੰ ਨੌਕਰਾਂ ਵਾਂਗੂ ਇਹਨਾਂ ਦੇ ਘਰੇ ਕੰਮ ਕਰੀ ਜਾਂਦਾ। ਉਹਨਾਂ ਨੇ ਬੜੇ ਕੌੜੇ ਸਖਤ ਬਚਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹੇ, ਪਰ ਉਹ ਅੱਗੋਂ ਹੱਥ ਹੀ ਜੋੜੀ ਗਏ, ਕੁਝ ਬੋਲੇ ਨਹੀਂ। ਫਿਰ ਇੱਥੇ ਹੀ ਬਸ ਨਹੀਂ, ਉਹ ਜਿਹੜੇ ਸ਼ਰੀਕ ਸੀ ਨਾ ਮਹਾਰਾਜ ਜੀ ਦੇ, ਉਹ ਮਹਾਰਾਜ ਨੂੰ ਬਚਨ ਤਾਂ ਬੋਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲੇ ਚਲੇ ਗਏ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੇਖਿਆ ਵੀ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਬਚਨ ਕੋਈ ਘੱਟ ਵੱਧ ਬੋਲਣਗੇ, ਮਗਰ ਜਾ ਕੇ ਖੜ ਗਏ ਉੱਥੇ ਹੱਥ ਜੋੜ ਕੇ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿਣ ਲੱਗੇ ਆ ਉਹ ਸ਼ਰੀਕ ਕਿ ਗੁਰੂ ਜੀ ਚਲੋ ਇਹ ਤਾਂ ਹਜੇ ਆਪਾਂ ਸਮਝ ਲਈਏ ਵੀ ਇਹਨੂੰ ਦੁਨਿਆਵੀ ਸਮਝ ਨਹੀਂ ਹੈਗੀ, ਨਿਆਣਾ ਸਮਝ ਲਈਏ, ਹਜੇ ਬੱਚਾ ਹੀ ਹੈ ਇਹ, ਪਰ ਮਹਾਰਾਜ ਤੁਸੀਂ ਤਾਂ ਸਿਆਣੇ ਹੋ ਨਾ, ਬਜ਼ੁਰਗ ਹੋ, ਤੁਹਾਨੂੰ ਪਤਾ ਕਿ ਜਵਾਈ ਭਾਈ ਨੂੰ ਕਿਵੇਂ ਰੱਖੀਦਾ ਘਰੇ, ਵੀ ਉਹਦੀ ਸੇਵਾ ਕਰਨੀ ਚਾਹੀਦੀ ਹੈ, ਵੀ ਤੁਸੀਂ ਇਹਨੂੰ ਨੌਕਰ ਬਣਾ ਕਰਕੇ ਰੱਖਿਆ ਹੋਇਆ, ਵੀ ਤੁਹਾਨੂੰ ਪਤਾ ਨਹੀਂ ਕਿਵੇਂ ਰੱਖੀਦਾ। ਤੇ ਉਧਰ ਗੁਰੂ ਰਾਮਦਾਸ ਜੀ ਮਹਾਰਾਜ ਹੱਥ ਜੋੜੀ ਜਾਂਦੇ ਆ, ਤੁਸੀਂ ਇਹਦੇ ਤੋਂ ਕੰਮ ਕਰਾਉਂਦੇ, ਸਿਰ ਤੇ ਟੋਕਰੀ ਢੋਂਦਾ, ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹਨੇ ਮੈਨੂੰ ਵੱਸ ਕਰ ਲਿਆ ਸੇਵਾ ਕਰਕੇ। ਦੇਖੋ ਕੀ ਬਚਨ ਕਿਹਾ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹਨੇ ਮੈਨੂੰ ਵੱਸ ਕਰ ਲਿਆ ਸੇਵਾ ਕਰਕੇ। ਕਹਿੰਦੇ ਤੁਹਾਨੂੰ ਟੋਕਰੀ ਦਿੰਦੀ ਇਹਦੇ ਸਿਰ ਤੇ, ਕਹਿੰਦੇ ਮੈਨੂੰ ਤਾਂ ਇਹਦੇ ਸਿਰ ਤੇ ਛਤਰ ਦਿਸਦਾ, ਛਤਰ ਦਿਸਦਾ, ਪਾਤਸ਼ਾਹੀ ਛਤਰ, ਟੋਕਰੀ ਨਹੀਂ ਹੈ ਇਹ। ਉੱਥੇ ਮਹਾਰਾਜ ਜੀ ਨੇ ਫਿਰ ਉਹ ਕਹਿਣ ਲੱਗੇ ਮਹਾਰਾਜ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ ਇਹਨੇ। ਤਾਂ ਜਦੋਂ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਵੱਲ ਵੇਖਿਆ ਵੀ ਹੁਣ ਬਚਨ ਕੋਈ ਕਰੀਏ ਉਹ ਜਿਹਾ, ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਹੱਥ ਜੋੜੇ ਹੋਏ, ਅੱਖਾਂ ਵਿੱਚੋਂ ਹੰਝੂ ਵਗੀ ਜਾਂਦੇ ਨੇ, ਅੰਦਰੋਂ ਬੇਨਤੀਆਂ ਕਰਦੇ ਪਏ ਮਹਾਰਾਜ ਇਹਨਾਂ ਨੂੰ ਬਖਸ਼ ਦਿਓ, ਇਹ ਭੁੱਲੇ ਨੇ, ਇਹਨਾਂ ਨੂੰ ਤੁਹਾਡੇ ਦਰ ਬਾਰੇ ਨਹੀਂ ਪਤਾ ਕਿ ਇਸ ਦਰ ਤੇ ਤਾਂ ਸੇਵਕ ਬਣ ਕੇ ਸੇਵਾ ਕੀਤੀ ਜਾਂਦੀ ਹੈ, ਕੋਈ ਉੱਚਾ ਰੁਤਬਾ ਨਹੀਂ ਇੱਥੇ ਆ ਕੇ ਮੰਗਿਆ ਜਾਂਦਾ, ਵੀ ਦਿਖਾਵਾ ਨਹੀਂ ਕੀਤਾ ਜਾਂਦਾ, ਇੱਥੇ ਸੇਵਕ ਬਣ ਕੇ ਬਖਸ਼ਿਸ਼ਾਂ ਲਈਆਂ ਜਾਂਦੀਆਂ ਨੇ ਇਸ ਘਰ ਦੇ ਵਿੱਚੋਂ। ਤਾਂ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਬਚਨ ਕਹੇ ਸੀ ਕਿ ਤੁਸੀਂ ਕਹਿੰਦੇ ਹੋ ਕਿ ਰਾਮਦਾਸ ਨੇ ਸਾਡੀ ਨੱਕ ਵਢਾ ਦਿੱਤੀ, ਰਾਮਦਾਸ ਸਾਡੀ ਕੁੱਲ ਵਿੱਚ ਨਾ ਜੰਮਦਾ ਤਾਂ ਚੰਗਾ ਸੀ, ਇਹਨੇ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਰਾਮਦਾਸ ਤੁਹਾਡੀ ਕੁੱਲ ਵਿੱਚ ਪੈਦਾ ਨਾ ਹੁੰਦਾ ਨਾ, ਤਾਂ ਤੁਹਾਡੀ ਸਾਰੀ ਕੁੱਲ ਨੇ ਨਰਕਾਂ ਨੂੰ ਜਾਣਾ ਸੀ, ਇਹਦੇ ਕਰਕੇ ਤਰਨੀ ਹੈ ਸਾਰੀ ਕੁੱਲ। ਇਸ ਰਾਮਦਾਸ ਕਰਕੇ ਕਹਿੰਦੇ ਸਾਰੀ ਕੁੱਲ ਤਰਨੀ ਹੈ ਤੁਹਾਡੀ, ਤੇ ਜੇ ਤੁਹਾਡੀ ਕੁੱਲ ਵਿੱਚ ਪੈਦਾ ਨਾ ਹੁੰਦਾ ਤੇ ਤੁਹਾਡੀ ਸਾਰੀ ਕੁੱਲ ਨੇ ਨਰਕਾਂ ਨੂੰ ਚਲੇ ਜਾਣਾ ਸੀ। ਤੇ ਹੁਣ ਦੇਖੋ ਜੇ ਅੱਜ ਦੁਨੀਆ 'ਚ ਸੋਢੀ ਕੁੱਲ ਹੈ ਨਾ, ਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਰਕੇ ਹੈ। ਕਿੰਨੀ ਸੇਵਾ ਕੀਤੀ, ਕਿੰਨਾ ਖੁਸ਼ ਕਰ ਲਿਆ ਹੋਵੇਗਾ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਿਨ੍ਹਾਂ ਨੇ ਕਹਿ ਦਿੱਤਾ ਕਿ ਇਹਨੇ ਮੈਨੂੰ ਸੇਵਾ ਕਰਕੇ ਵੱਸ ਕਰ ਲਿਆ। ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਕਰਦੇ, ਉੱਥੇ ਨਾਲ ਬੀਬੀ ਭਾਨੀ ਜੀ ਭਜਨ ਬੰਦਗੀ ਦੀ ਮੂਰਤ, ਲੰਗਰ 'ਚ ਸੇਵਾ ਕਰਨ ਵਾਲੀ, ਪ੍ਰਸ਼ਾਦਾ ਪਾਣੀ ਦੀ ਸੇਵਾ ਕਰਦੀ ਹੈ। ਤੇ ਪਤੀ ਤੇ ਸਤੀ ਦੋਵੇਂ ਕਿੰਨੀ ਸੇਵਾ ਕਰਨ ਵਾਲੇ, ਵੀ ਇੱਕ ਕਰਾਮਾਤ ਹੀ ਹੈ ਨਾ, ਵਰਤੀ ਗੁਰੂ ਦਰ ਤੇ ਕਰਾਮਾਤਾਂ ਵਰਤਦੀਆਂ ਨੇ। ਪਤੀ ਸੇਵਾ ਕਰਨ ਵਾਲਾ ਹੋਵੇ ਤੇ ਕਈ ਵਾਰ ਪਤਨੀ ਇਹੋ ਜਿਹੀ ਮਿਲ ਜਾਂਦੀ ਸੇਵਾ ਤੋਂ ਰੋਕਣ ਵਾਲੀ ਵੀ, ਤੇ ਕਈ ਵਾਰ ਪਤਨੀ ਭਗਤੀ ਭਾਵਨਾ ਵਾਲੀ ਹੋਵੇ, ਸੇਵਾ ਸਿਮਰਨ ਬੰਦਗੀ ਵਾਲੀ ਹੋਵੇ, ਤੇ ਪਤੀ ਕਈ ਵਾਰ ਸ਼ਰਾਬੀ ਕਬਾਬੀ ਮਿਲ ਜਾਂਦਾ। ਸੰਜੋਗ ਪੂਰਾ ਸਹੀ ਨਹੀਂ ਬਣਦਾ, ਕੋਈ ਵਿਰਲਾ ਹੀ ਹੁੰਦਾ ਹੈ ਕਿ ਜਿੱਥੇ ਦੋਵੇਂ ਇੱਕੋ ਜਿਹੇ ਹੋਣ। ਜਿਵੇਂ ਗੁਰੂ ਮਹਾਰਾਜ ਜੀ ਬਚਨ ਕਰਦੇ ਨਾ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਵੀ ਉਹ ਧਨ ਇਸਤਰੀ ਤੇ ਪਿਰ ਖਸਮ ਮਾਲਕ ਨਹੀਂ ਕਹੇ ਜਾ ਸਕਦੇ, ਜਿਹੜੇ ਇਕੱਲੇ ਇਕੱਠੇ ਹੋ ਕੇ ਬੈਠਣ
ਵੀ ਦੁਨਿਆਵੀ ਲੋਕਾਂ ਨੂੰ ਵਿਖਾਉਣ ਵੀ ਅਸੀਂ ਤਾਂ ਇਕੱਠੇ ਰਹਿੰਦੇ, ਪਰ ਅੰਦਰ ਖਾਤੇ ਉਹਨਾਂ ਦੇ ਕਲੇਸ਼ ਚੱਲਦਾ ਹੋਵੇ। ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀ ਐ ਸੋਏ, ਵੀ ਇੱਕ ਜੋਤ ਹੋਵੇ, ਉਹਨਾਂ ਦੀ ਇੱਕੋ ਗੱਲ ਹੋਵੇ ਅੰਦਰੋਂ। ਸਰੀਰ ਭਾਵੇਂ ਦੋ ਹੀ ਹੋਣ, ਪਰ ਉਹ ਇਸਤਰੀ ਤੇ ਪੁਰਸ਼ ਪਤੀ ਪਤਨੀ ਜਿਹੜੇ ਨੇ ਨਾ, ਉਹ ਧਨ ਨੇ। ਮਹਾਰਾਜ ਕਹਿੰਦੇ ਅਸਲੀ ਉਹ ਨੇ। ਅਸਲ 'ਚ ਇਹ ਨਹੀਂ ਕਿ ਦੁਨਿਆਵੀ ਤੌਰ ਤੇ ਲੋਕਾਂ ਨੂੰ ਵਿਖਾਈ ਜਾਣਾ ਵੀ ਸਾਡੇ 'ਚ ਬੜਾ ਪਿਆਰ ਹੈ, ਵਿਆਹ ਸ਼ਾਦੀਆਂ ਤੇ ਜਾਣਾ ਉਦੋਂ ਤਾਂ ਬੜਾ ਵਿਖਾਉਣਾ, ਪਰ ਘਰ ਦੇ ਵਿੱਚ ਜਦੋਂ ਆ ਜਾਣਾ ਤੇ ਕੁੱਤ ਕਲੇਸ਼, ਵੀ ਝਗੜਾ ਹੀ ਖੜਾ ਹੋਏ ਰਹਿਣਾ ਨਿੱਕੀ ਨਿੱਕੀ ਗੱਲ ਤੇ। ਉਹਨੂੰ ਮਹਾਰਾਜ ਧਨਤਾ ਦੇ ਯੋਗ ਨਹੀਂ ਕਹਿੰਦੇ। ਕੋਈ ਚੰਗਾ ਸੰਜੋਗ ਹੋਵੇ ਨਾ, ਫਿਰ ਕਿਤੇ ਜਾ ਕੇ ਇਹੋ ਜਿਹੀ ਗੱਲ ਬਣਦੀ। ਤੇ ਗੁਰੂ ਰਾਮਦਾਸ ਜੀ ਮਹਾਰਾਜ ਜਿੱਥੇ ਆਪ ਸੇਵਾ ਕਰਦੇ, ਉੱਥੇ ਸੇਵਾ ਦੀ ਮੂਰਤ, ਭਜਨ ਬੰਦਗੀ ਦੀ ਮੂਰਤ ਬੀਬੀ ਭਾਨੀ ਜੀ। ਗੋਇੰਦਵਾਲ ਸਾਹਿਬ ਬੜੀ ਸੇਵਾ ਕੀਤੀ, 22 ਸਾਲ ਦਾ ਸਮਾਂ ਰਹੇ ਤੇ ਬਖਸ਼ਿਸ਼ ਹੋਈ। ਜਦੋਂ ਮਹਾਰਾਜ ਦਾ ਗੁਰਤਾ ਗੱਦੀ ਸੀ, ਆਪ ਸੰਗਤਾਂ ਨੂੰ ਉਦੋਂ ਵੀ ਸਰਵਣ ਕਰਾਇਆ ਸੀ। ਪ੍ਰੀਖਿਆ ਲਈ ਮਹਾਰਾਜ ਜੀ ਨੇ ਗੁਰਤਾ ਗੱਦੀ, ਭਾਵੇਂ ਕਹਿ ਤਾਂ ਪਹਿਲਾਂ ਹੀ ਦਿੱਤਾ ਸੀ ਮਹਾਰਾਜ ਜੀ ਨੇ ਵੀ ਇਹੀ ਹੈ, ਪਰ ਪ੍ਰੀਖਿਆ ਕਾਹਦੇ ਵਾਸਤੇ ਲਈ ਜਾਂਦੀ? ਪ੍ਰੀਖਿਆ ਉਹਦੇ ਵਾਸਤੇ ਵੀ ਜਿਹੜੇ ਖੋਟੇ ਬੰਦੇ ਨੇ ਨਾ, ਦਾਅਵੇਦਾਰ ਨੇ, ਜਿਹੜੇ ਦਾਅਵੇਦਾਰ ਬੈਠ ਜਾਂਦੇ ਨੇ ਬਣ ਕੇ ਵੀ ਸਾਨੂੰ ਹੀ ਮਿਲਣੀ ਚਾਹੀਦੀ ਹੈ, ਸਾਡਾ ਹੱਕ ਹੈ, ਉਹਨਾਂ ਦਾਅਵੇਦਾਰਾਂ ਦਾ ਦਾਅਵਾ ਜਿਹੜਾ ਹੈ ਉਹਨੂੰ ਕੱਟਣ ਵਾਸਤੇ ਮਹਾਰਾਜ ਜੀ ਫਿਰ ਪ੍ਰੀਖਿਆ ਲੈਂਦੇ ਨੇ। ਹੁਣ ਗੁਰੂ ਘਰ ਦੇ ਵਿੱਚ ਤਾਂ ਜਿਹੜਾ ਸੇਵਕ ਹੀ ਭਾਵ ਰੱਖ ਕੇ ਆਉਂਦਾ ਉਹਨੂੰ ਹੀ ਦਾਤ ਮਿਲਣੀ ਆ ਨਾ। ਜਿਹੜਾ ਦਾਅਵੇਦਾਰ ਬਣ ਗਿਆ, ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਪੁੱਤਰ ਬਾਬਾ ਮੋਹਨ, ਉਹ ਵੀ ਦਾਅਵੇਦਾਰ ਸੀ। ਮੋਹਰੀ ਉਹ ਵੀ ਦਾਅਵੇਦਾਰ ਸੀ, ਉਹ ਵੀ ਕਹਿ ਸਕਦੇ ਸੀ ਗੁਰੂ ਦੇ ਪੁੱਤਰ ਆ, ਕਿਹਾ ਵੀ ਉਹਨਾਂ ਨੇ। ਫਿਰ ਮਹਾਰਾਜ ਦੇ ਦੋ ਜਵਾਈ ਨੇ, ਇੱਕ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਭਾਈ ਰਾਮਾ ਜੀ। ਹੁਣ ਭਾਈ ਰਾਮਾ ਜੀ ਵੀ ਸੇਵਾ ਕਰਦੇ ਤੇ ਉਹ ਵੀ ਦਾਅਵੇਦਾਰੀ ਰੱਖਦਾ ਸੀ ਕਿ ਮੈਨੂੰ ਗੁਰੂ ਬਣਾ ਦੇਣਾ। ਉਹਨਾਂ ਦੀ ਦਾਅਵੇਦਾਰੀ ਨੂੰ ਮਹਾਰਾਜ ਜੀ ਨੇ ਖਤਮ ਕਰਨ ਵਾਸਤੇ ਕਿ ਇਹ ਲਾਇਕ ਨਹੀਂ ਸੇਵਾ ਦੇ, ਵੀ ਸਿਰਫ ਇਹ ਗੁਰਤਾ ਗੱਦੀ ਨੂੰ ਐਸ਼ ਪ੍ਰਸਤੀ ਦੀ ਚੀਜ਼ ਸਮਝਦੇ ਆ, ਉਹਨੂੰ ਕੱਟਣ ਵਾਸਤੇ ਮਹਾਰਾਜ ਜੀ ਨੇ ਪ੍ਰੀਖਿਆ ਲਈ, ਥੜੇ ਬਣਵਾਏ ਦੋਵਾਂ ਜਵਾਈਆਂ ਕੋਲੋਂ, ਆਪਣੇ ਕੋਲੋਂ। ਤੇ ਥੜੇ ਬਣਾਉਣ ਦੀ ਸੇਵਾ ਦੇ ਵਿੱਚ ਦੇਖਿਓ ਰਾਮਦਾਸ ਜੀ ਪੂਰੇ ਉਤਰੇ 7 ਦਿਨ ਥੜੇ ਬਣਦੇ ਰਹੇ। ਤੀਜੇ ਦਿਨ ਭਾਈ ਰਾਮਾ ਜੀ ਸਭ ਕੁਝ ਸਮਾਨ ਸਿੱਟ ਕੇ ਭੱਜ ਗਏ। ਕਹਿਣ ਲੱਗੇ, ਕਿਉਂਕਿ ਮਹਾਰਾਜ ਦਾ ਕਰਮ ਸੀ ਸਵੇਰੇ ਥੜੇ ਦਾ ਦੱਸਣਾ, ਸ਼ਾਮ ਨੂੰ ਆ ਕੇ ਮਹਾਰਾਜ ਜੀ ਨੇ ਵੇਖਣਾ ਤੇ ਸ਼ਾਮ ਨੂੰ ਕਹਿਣਾ ਥੜੇ ਢਾ ਦਿਓ। 2 ਦਿਨ ਤਾਂ ਭਾਈ ਰਾਮੇ ਨੇ ਵੀ ਢਾ ਦਿੱਤਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਹੱਥ ਜੋੜਦੇ ਆ, ਢਾ ਦਿੰਦੇ ਆ ਤੇ ਕਹਿੰਦੇ ਮਹਾਰਾਜ ਮੇਰੀ ਬੁੱਧੀ ਛੋਟੀ ਆ, ਤੁਸੀਂ ਸਹੀ ਦੱਸ ਕੇ ਜਾਂਦੇ ਹੋ, ਪਰ ਮੇਰੇ ਕੋਲੋਂ ਸਹੀ ਨਹੀਂ ਬਣਦਾ, ਆਪ ਹੀ ਕਿਰਪਾ ਕਰੋ ਮੇਰੇ ਕੋਲੋਂ ਸਹੀ ਬਣਵਾ ਲਓ। ਤੀਜੇ ਦਿਨ ਭਾਈ ਰਾਮੇ ਨੂੰ ਜਦੋਂ ਕਿਹਾ ਨਾ ਸ਼ਾਮ ਨੂੰ ਮਹਾਰਾਜ ਨੇ ਥੜਾ ਢਾ ਦੇ, ਤੇ ਭਾਈ ਰਾਮਾ ਕਹਿੰਦਾ ਆਪਣਾ ਜਿਹੜੇ ਸੰਦ ਵਰਤਦੇ ਸੀ ਥੜੇ ਬਣਾਉਣ ਵਾਸਤੇ ਸਮਾਨ, ਉਹ ਸਾਰਾ ਸਿੱਟ ਕੇ ਕਹਿੰਦਾ ਕਿ ਤੁਸੀਂ 70-72 ਹੋ ਗਏ ਹੋ, ਮੈਂ ਤਾਂ ਸਹੀ ਬਣਾਉਣਾ, ਪਰ ਤੁਸੀਂ ਜੋ ਸਵੇਰੇ ਦੱਸ ਕੇ ਜਾਂਦੇ ਹੋ ਸ਼ਾਮ ਨੂੰ ਆ ਕੇ ਕੁਝ ਹੋਰ ਕਹਿ ਦਿੰਦੇ ਹੋ, ਤੁਹਾਨੂੰ ਹੀ ਨਹੀਂ ਪਤਾ ਲੱਗਦਾ, ਮੈਂ ਤਾਂ ਸਹੀ ਬਣਾਇਆ ਥੜਾ। ਅੰਦਰ ਧੀਰਜ ਨਹੀਂ ਸੀ ਨਾ, ਨਿਮਰਤਾ ਨਹੀਂ ਸੀ, ਸਹਿਨਸ਼ੀਲਤਾ ਨਹੀਂ ਸੀ। 7 ਦਿਨ ਗੁਰੂ ਰਾਮਦਾਸ ਜੀ ਮਹਾਰਾਜ ਥੜੇ ਬਣਾਉਂਦੇ ਰਹੇ। 7ਵੇਂ ਦਿਨ ਹੀ ਮਹਾਰਾਜ ਜੀ ਇਸ ਤਰ੍ਹਾਂ ਹੱਥ ਜੋੜ ਕੇ ਬੇਨਤੀਆਂ ਕਰਦੇ ਰਹੇ, ਮਹਾਰਾਜ ਮੈਂ ਗਲਤੀਆਂ ਦਾ ਪੁਤਲਾ, ਮੇਰੇ ਕੋਲੇ ਕੋਈ ਬੁੱਧੀ ਨਹੀਂ, ਕੋਈ ਸਿਆਣਪ ਨਹੀਂ, ਤੁਸੀਂ ਸਹੀ ਦੱਸ ਕੇ ਜਾਂਦੇ ਹੋ, ਮੇਰੇ ਕੋਲੋਂ ਸਹੀ ਥੜਾ ਨਹੀਂ ਬਣਦਾ। ਉਸੇ ਤਰ੍ਹਾਂ 7ਵੇਂ ਦਿਨ ਜਦੋਂ ਮਹਾਰਾਜ ਜੀ ਨੇ ਥੜਾ ਢਾਉਣ ਨੂੰ ਕਿਹਾ ਨਾ, ਗੁਰੂ ਰਾਮਦਾਸ ਜੀ ਮਹਾਰਾਜ ਨੇ ਥੜਾ ਢਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨ ਫੜ ਲਏ, ਅੱਖਾਂ ਵਿੱਚੋਂ ਨੀਰ ਵਹਾਉਣ ਲੱਗ ਪਏ, ਕਹਿਣ ਲੱਗੇ ਮਹਾਰਾਜ ਮੇਰੇ ਕੋਲੋਂ ਥੜਾ ਨਹੀਂ ਬਣਦਾ, ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ ਮੈਂ ਉਵੇਂ ਬਣਾ ਨਹੀਂ ਸਕਿਆ, ਤੁਹਾਡੀ ਖੁਸ਼ੀ ਨਹੀਂ ਲੈ ਸਕਿਆ ਮਹਾਰਾਜ, ਮੈਂ ਅਲਪ ਬੁੱਧੀ ਵਾਲਾ, ਛੋਟੀ ਬੁੱਧੀ ਵਾਲਾ, ਮੇਰੇ ਤੇ ਕਿਰਪਾ ਕਰ ਦਿਓ, ਤੁਸੀਂ ਜਿਹੋ ਜਿਹਾ ਥੜਾ ਬਣਾਉਣਾ ਚਾਹੁੰਦੇ ਮੇਰੇ ਕੋਲੋਂ ਕਿਰਪਾ ਕਰਕੇ ਬਣਵਾ ਲਓ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਇਹ ਬੇਨਤੀ ਕੀਤੀ ਨਾ, ਗੁਰੂ ਅਮਰਦਾਸ ਜੀ ਮਹਾਰਾਜ ਨੇ ਚੱਕ ਕੇ ਆਪਣੀ ਗੱਲ ਨਾਲ ਲਾ ਲਿਆ, ਕਹਿਣ ਲੱਗੇ ਰਾਮਦਾਸ ਜਿਹੜਾ ਥੜਾ ਮੈਂ ਬਣਾਉਣਾ ਚਾਹੁੰਦਾ ਸੀ ਨਾ, ਨਿਮਰਤਾ ਦਾ, ਸਹਿਨਸ਼ੀਲਤਾ ਦਾ, ਧੀਰਜ ਦਾ, ਉਹ ਤੇਰੇ ਅੰਦਰ ਬਣ ਗਿਆ। ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋਤ ਨੇ ਟਿਕਣਾ ਹੈ, ਭਾਵੇਂ ਦਾਤ ਜੋਤ ਖਸਮੈ ਵਡਿਆਈ, ਇਹ ਪਹਿਲਾਂ ਤੋਂ ਹੀ
ਵਾਹਿਗੁਰੂ ਨੇ ਸਾਰਾ ਸਿਸਟਮ ਬਣਾ ਕੇ ਭੇਜਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਮੈਂ ਜਾਣਾ, ਸੰਸਾਰ ਵਿੱਚ 10 ਜਾਮੇ ਜਿਹੜੇ ਨੇ ਉਹਨਾਂ ਵਿੱਚ ਵਰਤਣਾ, ਤੇ ਕਿਹੜੇ ਕਿਹੜੇ ਸਰੀਰ ਵਿੱਚ ਵਰਤਣਾ ਉਹ ਸਰੀਰ ਵੀ ਪਹਿਲਾਂ ਹੀ ਭੇਜ ਦਿੱਤਾ। ਇਹ ਸਾਰਾ ਸਿਸਟਮ ਬਣਾਇਆ ਹੋਇਆ ਸੀ। ਦਾਤ ਜੋਤ ਖਸਮੈ ਵਡਿਆਈ, ਉਸ ਖਸਮ ਵੱਲੋਂ ਵਡਿਆਈ ਮਿਲਣੀ ਸੀ, ਪਰ ਮਹਾਰਾਜ ਜੀ ਨੇ ਪਰਖ ਤਾਂ ਲਈ ਕਿ ਜਿਹੜੇ ਦਾਅਵੇਦਾਰ ਸੀ ਉਹਨਾਂ ਨੂੰ ਦੇ ਦਾਅਵਿਆਂ ਨੂੰ ਕੱਟਣ ਵਾਸਤੇ। ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਨਗਰ ਵਸਾਓ। ਜਦੋਂ ਆਪਾਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਆ ਨਾ, ਇਹ ਨਗਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਇਹ ਨਗਰ ਵਸਾਓ, ਤੇ ਨਗਰ ਵਸਾਇਆ ਉੱਥੇ। ਇਹਦਾ ਨਾਂ ਪਹਿਲਾਂ ਸੀ ਗੁਰੂ ਕਾ ਚੱਕ, ਜਾਂ ਚੱਕ ਗੁਰੂ ਵੀ ਕਹਿ ਦਿੰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਦਾ ਨਾਂ ਬਾਣੀ ਵਿੱਚ ਲਿਖਿਆ ਰਾਮਦਾਸਪੁਰ। ਤੇ ਆਪਾਂ ਹੁਣ ਅੰਮ੍ਰਿਤ ਸਰੋਵਰ ਹੋਣ ਕਰਕੇ ਉੱਥੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਪੈ ਗਿਆ। ਇਹ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ, ਤੇ 52 ਕਿਰਤੀ 52 ਤਰ੍ਹਾਂ ਦੀ ਕਿਰਤ ਕਰਨ ਵਾਲੇ ਲੋਕ ਲਿਆ ਕੇ ਮਹਾਰਾਜ ਜੀ ਨੇ ਉਸ ਸ਼ਹਿਰ ਵਿੱਚ ਵਸਾਏ। ਬੜੀਆਂ ਬਖਸ਼ਿਸ਼ਾਂ। ਫਿਰ ਤਾਲ ਸਰੋਵਰ ਦੀ ਸੇਵਾ ਮਹਾਰਾਜ ਜੀ ਨੇ ਕਰਵਾਈ। ਕੱਚਾ ਸਰੋਵਰ ਮਹਾਰਾਜ ਜੀ ਨੇ ਬਣਵਾਇਆ, ਪੱਕਾ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਵਾਇਆ। ਜਿਹੜਾ ਹਰਿਮੰਦਰ ਸਾਹਿਬ ਦਾ ਸਰੋਵਰ ਹੈ ਨਾ, ਉਹਦੀ ਸੇਵਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਰਵਾਈ, ਤੇ ਉਹਨੂੰ ਪੱਕਾ ਕਰਵਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਬਣਵਾਇਆ, ਔਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਸੀ ਇਹਦੇ ਵਿੱਚ ਇੱਕ ਦਰਬਾਰ ਬਣਵਾਉਣਾ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਣਵਾਇਆ। ਫਿਰ ਸਤਿਗੁਰਾਂ ਨੇ ਦੇਖੋ ਕਈ ਮਰਿਆਦਾਵਾਂ ਕਾਇਮ ਕੀਤੀਆਂ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਨਾ ਕਿ ਪੰਥ ਤਾਂ ਖੜਾ ਹੋ ਗਿਆ, ਪੰਥ ਦੀ ਮਰਿਆਦਾ ਬਣ ਗਈ, ਪਰ ਪੰਥ ਨੂੰ ਅਗਵਾਈ ਦੇਣ ਵਾਸਤੇ ਗ੍ਰੰਥ ਵੀ ਚਾਹੀਦਾ ਸੀ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿੱਤੇ। ਹੁਣ ਪੰਥ ਦੀਆਂ ਮਰਿਆਦਾਵਾਂ ਜਿਹੜੀਆਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੀਆਂ, ਪਹਿਲੀ ਮਸੰਦ ਪ੍ਰਥਾ ਸ਼ੁਰੂ ਕੀਤੀ। ਮਾਇਆ ਬੜੀ ਮਹਾਰਾਜ ਦੇ ਦਰ ਤੇ ਆਉਂਦੀ ਸੀ, ਪਰ ਮਹਾਰਾਜ ਜੀ ਵਰਤਾਈ ਜਾਂਦੇ ਸੀ, ਭੰਡਾਰੇ ਵਰਤਾਈ ਜਾਂਦੇ ਸੀ। ਲੰਗਰ ਲਾ ਦੇਣੇ, ਕੋਈ ਗਰੀਬ ਗੁਰਬਾ ਆ ਗਿਆ ਉਹਦਾ ਭਲਾ ਕਰ ਦੇਣਾ। ਪਰ ਫਿਰ ਵੀ ਮਹਾਰਾਜ ਨੇ ਨਗਰਾਂ ਦੇ ਵਿੱਚ ਮਸੰਦ ਕਾਇਮ ਕੀਤੇ ਵੀ ਭਾਈ ਤੁਸੀਂ ਕਾਰ ਸੇਵਾ ਇਕੱਠੀ ਕਰਕੇ ਉੱਥੋਂ ਲੈ ਕੇ ਆਉਣੀ, ਗੁਰੂ ਤੱਕ ਪਹੁੰਚਦੀ ਕਰਨੀ, ਤੁਹਾਡਾ ਕੰਮ ਇਹ ਹੈ, ਤੇ ਨਾਲ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ। ਫਿਰ ਆਨੰਦ ਕਾਰਜ ਦੀ ਮਰਿਆਦਾ। ਅੱਜ ਭਾਵੇਂ ਅਸੀਂ ਆਨੰਦ ਕਾਰਜ ਦੀ ਮਰਿਆਦਾ ਨੂੰ ਮੰਨਦੇ ਨਹੀਂ, ਕਰੋੜਾਂ ਰੁਪਈਆ ਲਾ ਕੇ ਕਰਾਉਂਦੇ ਆਨੰਦ ਕਾਰਜ, ਪਰ ਆਨੰਦ ਕਾਰਜ ਦੀ ਮਰਿਆਦਾ ਜਿਹੜੀ ਸਾਡੀ, ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੀ। ਤੇ ਜਿਹਦਾ ਜਦੋਂ ਐਕਟ ਬਣਿਆ ਨਾ, ਆਨੰਦ ਕਾਰਜ ਦਾ ਐਕਟ ਬਣਿਆ, ਉਹਦੇ 'ਚ ਲਿਖਿਆ, ਪੁੱਛਿਆ ਗਿਆ ਕਿ ਜਿਹੜਾ ਇਹ ਆਨੰਦ ਕਾਰਜ ਐਕਟ ਕਾਨੂੰਨ ਬਣਿਆ, ਇਹਦੇ 'ਚ ਕਿੰਨਾ ਖਰਚਾ ਆਵੇਗਾ ਆਨੰਦ ਕਾਰਜ ਦਾ? ਤੇ ਕਹਿੰਦੇ ਸਾਡੇ ਜਿਹੜੇ ਵਿਦਵਾਨ ਸੀ ਨਾ ਉਸ ਸਮੇਂ ਜਦੋਂ ਇਹ ਕਾਨੂੰਨ ਬਣਿਆ, ਪੜ੍ਹਿਓ ਤੁਸੀਂ ਕਦੇ ਨੈਟ ਤੇ ਸਰਚ ਕਰਕੇ ਆਨੰਦ ਕਾਰਜ ਐਕਟ, ਜਦੋਂ ਇਹ ਕਾਨੂੰਨ ਬਣਿਆ ਆਨੰਦ ਕਾਰਜ ਦਾ ਵੀ ਸਿੱਖਾਂ ਦਾ ਆਨੰਦ ਕਾਰਜ ਹੋਣਾ ਚਾਹੀਦਾ, ਤੇ ਉੱਥੇ ਲਿਖਿਆ ਵੀ ਖਰਚਾ ਕਿੰਨਾ ਹੋਵੇਗਾ ਇਸ ਆਨੰਦ ਕਾਰਜ ਦਾ। ਤੇ ਕਹਿੰਦੇ ਆਨੰਦ ਕਾਰਜ ਹੋਵੇਗਾ 1.25 ਰੁਪਈਏ ਦੇ ਵਿੱਚ। 1.25 ਰੁਪਈਆ ਲਿਖਿਆ ਵੀ 1.25 ਰੁਪਈਆ ਵਿੱਚ ਸਿੱਖ ਦਾ ਆਨੰਦ ਕਾਰਜ ਹੋ ਜਾਵੇ, ਕੋਈ ਖਰਚਾ ਨਹੀਂ ਬਹੁਤਾ। ਤੇ ਅਸੀਂ ਤਾਂ ਕਰੋੜਾਂ ਰੁਪਈਆ ਲਾ ਦਿੰਦੇ, ਉਜਾੜਾ ਕਰਦੇ ਹਾਂ ਆਪਣਾ ਵੀ ਤੇ ਦੂਜਿਆਂ ਦਾ ਵੀ, ਆਪ ਵੀ ਉਜੜਦੇ ਹਾਂ ਤੇ ਕੁੜੀ ਵਾਲਿਆਂ ਨੂੰ ਵੀ ਉਜਾੜਦੇ ਹਾਂ, ਮੁੜ ਕੇ ਫਾਹੇ ਲੈਂਦੇ ਹਾਂ। ਕਰਜ਼ਾ ਚੜ ਜਾਂਦਾ ਨਾ ਸਿਰ, ਮੁੜ ਕੇ ਫਾਹੇ ਲੈਂਦੇ ਹਾਂ। ਅਸੀਂ ਗੁਰੂ ਮਹਾਰਾਜ ਦੀਆਂ ਮਰਿਆਦਾਵਾਂ ਨੂੰ ਛੱਡ ਦਿੱਤਾ। ਸਾਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਸਿੱਖਣ ਵਾਸਤੇ, ਆਪਣੇ ਜੀਵਨ ਵਿੱਚੋਂ ਬੜਾ ਕੁਝ ਦਿੱਤਾ ਮਹਾਰਾਜ ਜੀ ਨੇ, ਪਰ ਅਸੀਂ ਆਪ ਭੁੱਲ ਗਏ ਨਾ। ਤਾਂ ਹੀ ਮਹਾਰਾਜ ਕਹਿੰਦੇ ਨਾ ਪਰਮੇਸ਼ਰ ਤੇ ਭੁੱਲਿਆ। ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ, ਸਰਵਣ ਕੀਤਾ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜੇ ਰੱਬ ਭੁੱਲ ਗਿਆ ਤੇ ਸਾਰੇ ਰੋਗ ਹੀ ਆ ਜਾਣੇ। ਰੱਬ ਭੁੱਲ ਗਿਆ ਸਾਨੂੰ ਅਸਲ 'ਚ। 1.25 ਰੁਪਈਏ 'ਚ ਵਿਆਹ ਹੁੰਦਾ, ਸਾਡੀ ਮਰਿਆਦਾ ਹੈ ਇਹ, ਪਰ ਅਸੀਂ ਨਹੀਂ ਕਰਨਾ ਚਾਹੁੰਦੇ ਉਸ ਮਰਿਆਦਾ ਵਿੱਚ। ਸਾਦਾ ਵਿਆਹ ਕੌਣ ਕਰਦਾ? ਅੱਜ ਦੱਸ ਦਿਓ, ਕੋਈ ਕਰਦਾ? ਪਰ ਦੇਖਿਓ ਜੇ ਆਨੰਦ ਕਾਰਜ ਹੋਵੇ ਤੇ ਫਿਰ ਆਨੰਦ ਕਾਰਜ ਦੀ ਮਰਿਆਦਾ ਮਹਾਰਾਜ ਜੀ ਨੇ ਬਣਾਈ, ਲਾਵਾਂ ਦੀ ਮਰਿਆਦਾ ਮਹਾਰਾਜ ਜੀ ਨੇ ਬਣਾਈ, ਬੜੀਆਂ ਮਰਿਆਦਾਵਾਂ ਸਤਿਗੁਰਾਂ ਨੇ ਕਾਇਮ ਕੀਤੀਆਂ। ਫਿਰ ਜਿਹੜੀ ਮਰਨੇ ਪਰਨੇ ਦੀ ਜਿਹੜੀ ਮਰਿਆਦਾ ਸੀ, ਕੋਈ ਮੌਤ ਦੀ, ਉਹ ਵੀ ਮਰਿਆਦਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਾਇਮ ਕੀਤੀ ਵੀ ਕੀ ਕੀ ਕਰਮ ਹੋਣੇ ਚਾਹੀਦੇ ਆ। ਸਤਿਗੁਰਾਂ ਨੇ ਮਰਿਆਦਾਵਾਂ ਕਾਇਮ ਕੀਤੀਆਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰਾਂ ਦੇ ਦਰਾਂ ਤੋਂ ਦੇਖੋ ਕਿੰਨੇ ਲੋਕ ਵਰਸਾਏ ਗਏ।
महाराज जी जो गुरता गद्दी ते विराजमान सी ना, तो एक कोई भाई सी सोमा शाह, तो छोटी जी दुकान सी उहदी, ते वो जो समान वेचदा सी तां महाराज उहदे कोलों दी वटक लै आया करदे सी। 3-4 दिन महाराज जी उहदे कोलों पैसे लैके आउंदे रहे, तो सारी वटकी महाराज नूं दे दिंदा, उहने मत्थे ते वट ही नहीं पाया। एक दिन महाराज जी गए नहीं लैण वास्ते, तो उन्हें की कीता, शाम नूं अपनी दुकान वधाई, जिन्ना पैसा कमाया सी ना वटक सी दुकान दी, वो सारी लैके गुरु रामदास जी महाराज दे कोल आ गया। गुरु रामदास जी महाराज अगों तुरे आउंदे, महाराज कहंदे सोमे की गल अज वटक लैके सारी आ गया? कहन लगा महाराज जी मैं सोचा तुसी आए नहीं लैण, मैं आप जाके दे आवां। महाराज कहंदे नहीं अज लैना नहीं, अज असीं तैनूं देना है। तो महाराज जी ने कहा कि सोमिया जा तू जाके इसों बाहर चला जा, दिल्ली गुजरात दे विच अज भी उन्हां दी अंश बंस वसदी है। तो महाराज ने वचन कीते आ माया लै जा जिहड़ी तू सानू देन आया। महाराज कहंदे सोमा शाह, शाहां दा शाह वे प्रवाह। महाराज ने वचन कर दिता गुरु रामदास जी महाराज ने। तां एवें देखो उस दर तो बड़ियां झोलियां भरदियां ने गुरु रामदास जी महाराज दे दर तो, बड़ियां झोलियां भरदियां। महाराज ने शाहां दे जिहड़े गरीब सी ना, रंक लोग सी, शाहां दे शाह बना दिते महाराज जी ने, गुरु रामदास जी महाराज सच्चे पातशाह जी ने। किते साडी भावना बन जावे गुरु महाराज जी दे दर ते, गुरु रामदास जी महाराज दे दर नाल असीं जुड़ जाइए, साडा प्रेम बन जावे, ते सतगुरु जी साडा भी पार उतारा कर देणगे। क्योंकि देखो महाराज जी नूं वडियाई मिली, इह सोढी सकल सृष्ट तारण को, अब गुर रामदास को मिली बड़ाई। भी सोढियां नूं तारन वास्ते, सारी सृष्टि दे लोकां नूं तारन वास्ते गुरु रामदास जी महाराज सच्चे पातशाह जी नूं ये वडियाई मिली गुरता गद्दी दी। ते महाराज जी ने तारिया भी बड़ियां ने। किन्हां किन्हां दी आपां गल करिए कि गुरु रामदास जी महाराज ने किहदियां किहदियां झोलियां भरियां। भाई आदम वर्गे जिन्हां ने अपनी देखो किन्नी उम्र बतीत कर लई, बजुर्ग हो गए, घर विच औलाद नहीं हुई कोई, तो उन्होंने जाके गुरु रामदास जी महाराज के दर से सेवा की। चलो कहन लगे जे सेवा औलाद ना भी मिली कोई तो सेवा करके चलो अखीरला समा साडा कंढी उत्ते रुखड़ा बड़ेपा है, तो असी समा जिहड़ा अपना सफल कर लवांगे, जीवन साडा सफल हो जाएगा। तो जो उन्होंने सेवा की ना, संगतां सर्दी के दिन सी, संगतां जिहड़ियां बहुत ज़्यादा सर्दी करके कंब रही सी, वस्त्र उन्होंने गिले हो गए। तो उत्थे महाराज जी ने वचन किया कोई है सेवादार जिहड़ा संगतां दी ठंड दूर करे। तो भाई आदम जी ने कहंदे बहुत बालन इकट्ठा किया होया सी, धूणियां बाल दित्तियां सिखां दे तंबूआं कोले। संगत बड़ी खुश हुई, उन्हें अपने कपड़े सुकाए, वस्त्र सुकाए अपने, तो महाराज जी नूं दस्सिया। महाराज जी कहंदे किहने सेवा की है? तो कहन लगे जी महाराज वो मालवे दे विचों इधरों गए सी ना, वो अपने बठिंडे इलाके दे विचों भी मालवे दे विचों आया एक सिख, उन्हें बड़ी सेवा की। महाराज ने सद्दिया, महाराज कहन लगे दस की चाहिदा? महाराज ने नाले कह दिता भी जिहड़ी इच्छा करके आया ना वो इच्छा ही मंगी। हुण बजुर्ग सी ते शर्म खा गया, कहंदा संगत दे सामने मैं कवें मंगांगे, मैनूं पुत्तर चाहिदा, औलाद चाहिदी? कहन लगा नहीं महाराज सिक्खी दिओ। महाराज कहंदे नहीं, जो मन की इच्छा करके आया ना वो मंग इत्थे, वो तैनूं अज मिल जाना है इत्थों। तो जदों महाराज ने 2-3 बार किया, उन्हें यही किया नहीं महाराज सिक्खी दिओ, मैनूं नाम दिओ, बंदगी दिओ। तो घरे चला गया, घर वाली नूं जाके दस्सिया कि महाराज जी बड़े खुश सी। घर वाली कहन लगी पुत्र मंग लेना सी, फिर पुत्र मंग लेना सी। कहन लगा मैं शर्म दा मारा भी उम्र वड्डी हो गई, बजुर्ग हो गया, तो लोग की कहणगे मैनूं। दूसरे दिन महाराज ने कहा सी जा घरे रह कर ला। दूसरे दिन अपनी घर वाली नूं नाल लैके आया, वो कहन लगी मैं जाके मंगांगी। जाके जदों गए दूजे दिन दरबार च बेनती की कि महाराज असी तो इस भावना करके आए सी, बड़े दीवे बाले, बड़ियां कबरां ते मत्थे टेके, पर कितों नहीं साडी झोली भरी महाराज। असी तो आए इस इच्छा करके सी कि गुरु रामदास जी महाराज दा दर इहदे बारे असी सुनिया कि इत्थों कोई खाली नहीं जांदा, असी पुत्र दी इच्छा करके आए सी। ते महाराज कहन लगे, अखां बंद कर लियां सतगुरां ने। कुछ समा बैठे चुप कर गए, महाराज बोले नहीं। थोड़े चिर बाद कहन लगे कि भाई तेरे कर्मां विच पुੱਤ नहीं हैगा। निराश जे हो गए,
ਪਰ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਤੇ ਸੇਵਾ ਕੀਤੀ ਹੋਈ ਖਾਲੀ ਨਹੀਂ ਜਾਂਦੀ, ਇਸ ਕਰਕੇ ਤੁਸੀਂ ਸੰਗਤ ਨੂੰ ਖੁਸ਼ ਕੀਤਾ। ਸੰਗਤ 'ਚ ਗੁਰੂ ਨਾਨਕ ਸਾਹਿਬ ਜੀ ਵਸਦੇ ਨੇ, ਆਪਣੀ ਭਗਤੀ ਦੀ ਅੰਸ਼ ਤੋਂ ਤੁਹਾਨੂੰ ਅਸੀਂ ਪੁੱਤਰ ਦਿੰਨੇ ਆ, ਤੁਹਾਡੇ ਘਰੇ ਪੁੱਤਰ ਹੋਵੇਗਾ। ਉਹਨੇ ਸਾਡੇ ਘਰ ਦੇ ਵਿੱਚ ਜਨਮ ਲੈਣਾ ਸੀ, ਪਰ ਤੁਹਾਡੇ ਘਰ ਵਿੱਚ ਹੋਵੇਗਾ ਤੇ ਉਹਦਾ ਨਾਂ ਭਾਈ ਭਗਤੂ ਰੱਖਿਓ, ਭਗਤੂ ਨਾਮ ਰੱਖਿਓ, ਤੇ ਭਗਤੂ ਪਰਉਪਕਾਰੀ ਹੋਏ। ਕਹਿਣ ਤੋਂ ਭਾਵ ਕਿ ਗੁਰੂ ਰਾਮਦਾਸ ਜੀ ਮਹਾਰਾਜ ਦਾ ਦਰ ਕਰਾਮਾਤਾਂ ਵਰਤਦੀਆਂ, ਬਾਣੀ ਵਿੱਚ ਬਚਨ ਆਇਆ ਨਾ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹ ਕਰਾਮਾਤਾਂ ਹੋਈਆਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ, ਤੇ ਅੱਜ ਵੀ ਉਸ ਦਰ ਦੇ ਉੱਤੋਂ ਕੋਈ ਖਾਲੀ ਨਹੀਂ ਆਉਂਦਾ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਜਾਂਦਾ। ਸੋ ਮਹਾਰਾਜ ਸਾਡੇ ਤੇ ਕਿਰਪਾ ਕਰਨ। ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਣ ਦੇ ਸੰਬੰਧ ਵਿੱਚ ਆਪ ਸੰਗਤਾਂ ਦੇ ਨਾਲ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਾਂਝ ਪਾਈ ਹੈ। ਸਤਿਗੁਰਾਂ ਦੇ ਤਾਂ ਗੁਣ ਬਹੁਤ ਨੇ, ਸਾਡੀ ਤਾਂ ਜ਼ਿੰਦਗੀ ਲੰਘ ਜਾਵੇਗੀ ਸਾਰੀ ਕਥਾ ਕਰਦਿਆਂ, ਪਰ ਅਸੀਂ ਮਹਾਰਾਜ ਦੇ ਸਮਰੱਥ ਗੁਣ ਨਹੀਂ ਕਹਿ ਸਕਦੇ। ਪਰ ਤੂਕ ਮਾਤਰ ਜਿੰਨੀ ਕੁ ਮਹਾਰਾਜ ਜੀ ਨੇ ਬੁੱਧੀ ਬਖਸ਼ੀ, ਉਸ ਬੁੱਧੀ ਦੇ ਅਨੁਸਾਰ ਆਪਾਂ ਆਪ ਸੰਗਤਾਂ ਦੇ ਨਾਲ ਸਾਂਝ ਪਾਈ। ਮਹਾਰਾਜ ਸਾਡੇ ਸਾਰਿਆਂ ਤੇ ਦਇਆ ਕਰਨ, ਸਾਡੇ ਅੰਦਰ ਮਹਾਰਾਜ ਜੀ ਵਾਲੇ ਗੁਣ ਆ ਜਾਣ, ਤਾਂ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਇੱਕ ਵਾਰ ਫਿਰ ਮਹਾਂਪੁਰਸ਼ਾਂ ਦੇ ਸਥਾਨ ਸ੍ਰੀ ਅੰਗੀਠਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਮਹਾਂਪੁਰਸ਼ਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਦੇਸ਼ਾਂ ਵਿਦੇਸ਼ਾਂ ਨਗਰ ਦੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਮਹਾਰਾਜ ਸਾਰਿਆਂ ਤੇ ਮਿਹਰਾਮਤ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ, ਨਾਮ ਸਿਮਰਨ ਦੀ ਦਾਤ, ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਆਪਾਂ ਸਾਰੇ। ਜੋ ਭੱਟ ਸਾਹਿਬਾਨ ਅਰਦਾਸ ਕਰਦੇ ਨੇ, ਉਹ ਬਚਨ ਕਹਿੰਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੋ ਮਹਾਰਾਜ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸੱਜਣ ਸੀ ਸੜੀਆ, ਜੋ ਹੋਵੈ ਸਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ